ਜਗਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਸ਼ਰਵਣ ਕੀਤੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਜੋਦਰੀ ਕਰਨ ਉਪਰੰਤ ਚੱਲ ਰਹੇ ਬਾਣੀ ਦੇ ਪ੍ਰਵਾਹ ਵਿੱਚੋਂ ਪਾਵਨ ਪਵਿੱਤਰ ਮੁਖਵਾਕ ਸ਼ਰਵਣ ਕੀਤੇ ਹਨ। ਪਾਵਨ ਅਸਥਾਨ ਤੇ ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਨੂੰ ਵਿਚਾਰਨ ਵਾਸਤੇ ਸ਼ਰਵਣ ਕਰਨ ਵਾਸਤੇ ਗੁਰੂ ਕੇ ਚਰਨਾਂ ਵਿੱਚ ਜੁੜ ਬੈਠੇ ਹਾਂ। ਆਓ ਰਸਨਾ ਨੂੰ ਕਰੀਏ ਪਵਿੱਤਰ, ਮਨ ਵਿਰਤੀਆਂ ਸਤਿਗੁਰਾਂ ਦੇ ਚਰਨੀ ਲਾਉਂਦਿਆਂ ਪ੍ਰੇਮ ਸਹਿਤ ਗੁਰ ਫਤਿਹ ਦੀ ਸਾਂਝ ਪਾਈਏ। ਕੋਈ ਵੀ ਰਸਨਾ ਗੁਰੂ ਫਤਿਹ ਤੋਂ ਵਾਂਝੀ ਨਾ ਰਵੇ। ਸਾਰੀ ਸੰਗਤ ਪ੍ਰੇਮ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਵਿੱਚੋਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਜੀਵਨ ਦਾ ਪ੍ਰਸੰਗ ਆਪਾਂ ਸ਼ਰਵਣ ਕਰ ਰਹੇ ਹਾਂ। ਪਿਛਲੇ ਦਿਨਾਂ ਵਿੱਚ ਆਪਾਂ ਨੇ ਸ਼ਰਵਣ ਕੀਤਾ ਹੈ ਕਿਵੇਂ ਕਲਯੁਗ ਆ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਿਆ ਹੈ ਤੇ ਉਹਨੇ ਆਪਣੇ ਸੁਭਾਅ ਦੇ ਬਾਰੇ ਤੇ ਆਪਣੇ ਸਮੇਂ ਦੇ ਅੰਦਰ ਮਨੁੱਖਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੋ ਜਾਏਗਾ ਤੇ ਕਿਹੜੇ ਮਨੁੱਖ ਕਲਯੁਗ ਦੇ ਪ੍ਰਭਾਵ ਤੋਂ ਬਚਣਗੇ, ਉਹ ਸਾਰੀ ਕਥਾ ਆਪਾਂ ਨੇ ਬਿਆਨ ਕੀਤੀ ਹੈ, ਸ਼ਰਵਣ ਕੀਤੀ ਹੈ, ਜਿਹਦੇ ਵਿੱਚ ਕਲਯੁਗ ਨੇ ਇਹ ਦੱਸਿਆ ਹੈ ਕਿ ਜਿਹੜੇ ਤਾਂ ਨਾਮ ਜਪਣਗੇ, ਜਿਹੜੇ ਗੁਰੂ ਕੇ ਚਰਨਾਂ ਵਿੱਚ ਜੁੜੇ ਰਹਿਣਗੇ, ਉਹਨਾਂ ਤੇ ਤਾਂ ਉਹਦਾ ਪ੍ਰਭਾਵ ਨਹੀਂ ਪਵੇਗਾ, ਪਰ ਜਿਹੜਾ ਗੁਰੂ ਤੋਂ ਬੇਮੁਖ ਮਨੁੱਖ ਹੋਵੇਗਾ ਉਹਦੇ ਜੀਵਨ ਤੇ ਕਲਯੁਗ ਦਾ ਭੈੜੀਆਂ ਵਿਰਤੀਆਂ ਦਾ ਪ੍ਰਭਾਵ ਪਵੇਗਾ। ਤੇ ਜਿੰਨਾ ਹੀ ਉਹ ਮਾਲਕ ਜੀ ਤੋਂ ਦੂਰ ਹੋਵੇਗਾ, ਕੋਈ ਵੀ ਪ੍ਰਾਣੀ ਹੈ, ਉਨਾ ਹੀ ਉਹਦੇ ਜੀਵਨ ਤੇ ਬੁਰੀਆਂ ਵਿਚਾਰਾਂ, ਭੈੜੇ ਕੁਕਰਮ ਜਿਹੜੇ ਹਨ ਉਹਦੇ ਜੀਵਨ ਤੇ ਹਾਵੀ ਹੋ ਜਾਣਗੇ। ਉਹ ਸਾਰੀ ਕਥਾ ਆਪਾਂ ਨੇ ਸ਼ਰਵਣ ਕੀਤੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਫਿਰ ਇੱਥੋਂ ਅੱਗੇ ਚੱਲ ਪਏ। ਅੱਗੇ ਚੱਲਦਿਆਂ ਇੱਕ ਨਗਰ ਆਇਆ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਰੁੱਖ ਦੇ ਹੇਠਾਂ ਬੈਠੇ ਨੇ। ਇੰਨੇ ਚਿਰ ਨੂੰ ਇੱਕ ਕੋਈ ਗਰੀਬ ਭੁੱਖਾ ਮਨੁੱਖ ਆਇਆ। ਉਹਨੇ ਆ ਕੇ ਬੇਨਤੀ ਕੀਤੀ, ਜੀ ਤੁਸੀਂ ਰਾਜਿਆਂ ਵਰਗੇ ਜਾਪਦੇ ਹੋ, ਤੁਹਾਡੇ ਦਰਸ਼ਨ ਕੀਤਿਆਂ 'ਚ ਮਹਿਸੂਸ ਹੁੰਦਾ ਹੈ ਤੁਸੀਂ ਬਹੁਤ ਅਮੀਰ ਘਰਾਣੇ ਦੇ ਹੋ ਤੇ ਮੈਂ ਬੜਾ ਭੁੱਖਾ ਹਾਂ, ਕਿਰਪਾ ਕਰੋ ਮੈਨੂੰ ਕੁਝ ਦੇ ਦਿਓ ਤਾਂ ਜੋ ਮੇਰੀਆਂ ਭੁੱਖਾਂ ਮਿਟ ਜਾਣ। ਸਤਿਗੁਰਾਂ ਨੇ ਇਹ ਸਾਰਾ ਕੀਤਾ, ਕਹਿਣ ਲੱਗੇ ਜੋ ਇੱਛਾ ਹੈ ਤੇਰੀ, ਜਿੰਨੀ ਕੋਈ ਇੱਛਾ ਲੈ ਕੇ ਆਇਆ ਹੈ, ਇਸ ਦਰਖਤ ਦੇ ਮੁੱਢ ਵੱਲ ਵੇਖਣਾ ਕਰ, ਤੇਰੀ ਇੱਛਾ ਉੱਥੋਂ ਪੂਰੀ ਹੋ ਜਾਏਗੀ। ਉਹ ਦੌੜ ਕੇ ਗਿਆ, ਉਹਨੂੰ ਸੋਨੇ ਦੀ ਇੱਕ ਮੋਹਰ ਮਿਲ ਗਈ। ਉਹ ਬੜਾ ਖੁਸ਼ ਹੋਇਆ, ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਆਪਣੇ ਨਗਰ ਗਿਆ ਤੇ ਜਾ ਕੇ ਸਾਰੇ ਪਿੰਡ ਵਿੱਚ ਰੌਲਾ ਪਾਇਆ ਕਿ ਮੈਂ ਇੱਕ ਐਸੇ ਸਾਧੂ ਨੂੰ, ਇੱਕ ਐਸੇ ਰੱਬ ਦੇ ਪਿਆਰੇ ਨੂੰ ਮਿਲ ਕੇ ਆਇਆ ਜਿਹਦੇ ਕੋਲੋਂ ਜੋ ਮੰਗੀਏ ਉਹਦੇ ਕੋਲੋਂ ਉਹੀ ਮਿਲ ਜਾਂਦਾ ਹੈ। ਹੁਣ ਜਦੋਂ ਇਹ ਗੱਲ ਲੋਕਾਂ ਨੇ ਸੁਣੀ ਤੇ ਸਾਰੇ ਲੋਕ ਜਿਨ੍ਹਾਂ ਦੀ, ਕਿਉਂਕਿ ਸੰਸਾਰ ਵਿੱਚ ਰਹਿਣ ਵਾਲੇ ਮਨੁੱਖ ਦੀਆਂ ਬੇਅੰਤ ਜ਼ਰੂਰਤਾਂ ਨੇ, ਹਰ ਮਨੁੱਖ ਕੁਝ ਨਾ ਕੁਝ ਚਾਹੁੰਦਾ ਹੀ ਹੈ, ਤੇ ਕਾਫੀ ਸਾਰੇ ਲੋਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਾਰੇ ਉਸ ਮਨੁੱਖ ਤੋਂ ਸੁਣ ਕੇ ਸਾਰੇ ਦੌੜ ਕੇ ਆਏ। ਕੋਈ ਕੁਝ ਮੰਗਦਾ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ, ਕੋਈ ਕੁਝ ਮੰਗ ਰਿਹਾ ਹੈ। ਹੁਣ ਇਹ ਗੁਰੂ ਕੀ ਬਾਣੀ ਦਾ ਫਰਮਾਨ ਹੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਕੁਝ ਗੁਰੂ ਕਾ ਸਿੱਖ ਆ ਕੇ ਗੁਰੂ ਕੇ ਚਰਨਾਂ ਵਿੱਚੋਂ ਮੰਗਦਾ ਹੈ ਉਹਨੂੰ ਉਹੀ ਕੁਝ ਮਿਲ ਜਾਂਦਾ ਹੈ। ਇਹ ਪਰਮਾਤਮਾ ਦਾ ਸੁਭਾਅ ਹੈ ਜਦੋਂ ਵੀ ਅਸੀਂ ਕੁਝ ਮੰਗਦੇ ਹਾਂ। ਇਸੇ ਕਰਕੇ ਗੁਰੂ ਕੇ ਸਿੱਖ ਨੂੰ ਸਤਿਗੁਰਾਂ ਨੇ ਮੱਤ ਦਿੱਤੀ ਹੈ। ਕੱਲ੍ਹ ਵੀ ਵਿਚਾਰਿਆ ਸੀ ਕਿ ਜਦੋਂ ਵੀ ਗੁਰੂ ਕੇ ਚਰਨਾਂ ਵਿੱਚ ਆ ਕੇ ਕੁਝ ਮੰਗੀਏ, ਕੁਝ ਐਸਾ ਮੰਗੀਏ ਜਿਹਦੇ ਨਾਲ ਸਾਰਾ ਕੁਝ ਹੀ ਪ੍ਰਾਪਤ ਹੋ ਜਾਵੇ। ਜਦੋਂ ਅਸੀਂ ਉਸ ਮਾਲਕ ਦੀ ਕਿਰਪਾ, ਉਹਦੀ ਦ੍ਰਿਸ਼ਟੀ, ਉਹਦੀ ਮਿਹਰ ਮੰਗਦੇ ਹਾਂ, ਉਹਦੀ ਕਿਰਪਾ ਵਿੱਚ ਸਾਰੀਆਂ ਹੀ ਦਾਤਾਂ ਆ ਜਾਂਦੀਆਂ ਨੇ। ਤੇ ਪਰ ਜੇ ਅਸੀਂ ਉਸ ਮਾਲਕ ਦੀ ਕਿਰਪਾ ਨਹੀਂ ਮੰਗਦੇ ਤੇ ਬਾਕੀ ਸਾਰਾ ਕੁਝ ਮੰਗ ਲੈਂਦੇ ਹਾਂ, ਫਿਰ ਪਦਾਰਥ ਤਾਂ ਸਾਡੇ ਕੋਲ ਆ ਜਾਂਦੇ ਨੇ, ਪਰ ਉਸ ਮਾਲਕ ਦੀ ਰਹਿਮਤ, ਉਸ ਮਾਲਕ ਦੀ ਖੁਸ਼ੀ ਨਹੀਂ ਸਾਡੇ ਘਰ ਵਿੱਚ ਆਉਂਦੀ। ਇਸੇ ਕਰਕੇ ਗੁਰੂ ਕੀ ਬਾਣੀ ਦੇ ਵਿੱਚ ਜਦੋਂ ਅਸੀਂ ਸੁਖਮਨੀ ਸਾਹਿਬ ਜੀ ਦੇ ਪਾਠ ਕਰਦੇ ਹਾਂ, ਹਜ਼ੂਰ ਨੇ ਬਚਨ ਕਹੇ ਨੇ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਜੇ ਕੋਈ ਭਾਈ ਚਾਰ ਤਰ੍ਹਾਂ ਦੇ ਪਦਾਰਥ ਚਾਹੁੰਦਾ ਹੈ,
क्योंकि दुनिया के जिन्ने पदार्थ ने वो चारां दे विच ही आ जाते हैं। जिन्ना भी कुछ है संसार का चार पदार्थों में ही है। धर्म अर्थ काम मोख, ये सारे चारे पदार्थ ने। ते साहब ने कहा जिन्होंने चार पदार्थ चाहिए ने, वो रब के प्यारिਆਂ की संगत में जुड़ जाए उन्होंने मिल जाएंगे। चार पदार्थ जे को मंग है साध जना की सेवा लग है। अगला वचन है साहब कहते जे जिंदगी च कई बारी दुख होंदा है, कोई ना कोई शरीरक दुख होंदा है, कोई मानसिक दुख होंदा है। ते जे किसी मनुख के जीवन में कोई दुख है, जे को अपना दुख मिटावे हर हर नाम हृदय सद गावे। साहब कहते जे तेरी जिंदगी च कोई दुख है, उस दुख नूं तू मिटाना चाहुंदा है तो मालिक जी के नाम नूं अपने मन करके गाया कर, तेरा दुख मिट जाएगा। ते कई बारी संसार विच बंदा कहता जी सब कुछ हैगा है, पर संसार विच इज्जत मान ते सन्मान भी चाहिए है। मेरी शोभा भी होवे, चार मनुख मेरे बारे गल भी कर। ते सतगुरु कहते जे अपनी वडियाई भी चाहुंदा है, जे को अपनी शोभा लोरै साध संगे हौमै छोरै। साहब कहते सत संगत विच आ जा, सत संगत विच आके हौमे दा त्याग कर दे, अहंकार दा त्याग कर दे। संसार विच सच्ची शोभा मिलने लग पवेगी, सच्चा सत्कार मिलेगा। जे को अपनी शोभा लोरै साध संग ये हौमै छोरै। ते अगला वचन है साहब कहते जे को जन्म मरण ते डरै। जे किसी मनुख नूं जन्म मरण तो डर लगता है, साध जना की सरनी पर है, वो मालिक जी की सरन विच आके पै जावे। अखीर ते वचन क्या कहते जिस जन को प्रभ दरस प्यासा। हुण वेखो बाकी सारियां चीज़ां संसार नाल संबंधित ने, चार पदार्थ भी साडे संसारी जीवन नाल संबंधित ने, जिहड़े दुख ने ये भी साडे संसारी जीवन नाल संबंधित ने, जिहड़ी इज्जत मान ते वडियाई है ये भी साडे इस जीवन नाल संबंधित है। पर कुछ ऐसा है जिहड़ा साडी आत्मा नाल संबंध रखता है, वो है मालिक जी के दर्शन। असीं बाकी सारा कुछ साहब ने कहा जो मंगना है वो मंग लै ते मिल जाएगा, किते सेवा कर सिमरन कर उहदे चों मिल जाएगा। पर जिहड़े वचन कहा जिस जन को प्रभ दर्श प्यासा, जिन्हां नूं मालिक जी के दर्शनां दी प्यास है, नानक तां कै बलबल जासा। साहब कहते मैं उन्हां तो बलिहारे जांदा हां। ये इच्छा जिन्हां दे अंदर पैदा हो गई कि हे वाहिगुरू जी तेरे दर्शन चाहिए ने, असीं तेनू लैण वास्ते आए हैं, तू साडे हिरदे विच वस। जिहड़े मनुख ये दात मंगण लग पै, साहब ने कहा मैं उन्हां तो बलिहारे जाना, कुर्बान जांदा। हुण बड़े लोग आ रहे हैं गुरु साहब के चरनां विच, कोई धन मंगदा है, कोई पदार्थ मंगदा है, कोई पुत्र मंगदा है, कोई जमीन जायदाद मंगदा है। ते सतगुरु जी जो प्रेम नाल वचन कर देंदे ने, गुरु के मुख विचों निकले हुए वचन सच हुंदे ने। साहब ने सारियां दियां झोलियां भर दित्तियां। हुण जिस वेले सारियां दियां इच्छावां गुरु के द्वारे तो पूरीआं हो रहीआं ने, उस वेले फिर सतगुरु की महिमा घर घर विच होण लग पई। लोकी दस्सण लग पए जिन्हों जो चाहिए है उस प्यारे साधु के चरनां विच जाओ, तुहानूं सारा कुछ मिलेगा। एक दूसरे को सुन के होर लोग भी आउण लग पे। आओ कवि जी जिमें अगला प्रसंग बयान कर रहे ने, आप प्रेम सहित विचारना करिए। रछावल छंद जसंग देश फैला अमकंक टैला। पापां नूं कट्टण वाले सतगुरु जी की कीर्ति, सतगुरु जी का जस घर घर विच होण लग पिया है। महासंत रूरा होवे बैन पूरा। लोकी कहते ने बहुत करनी वाला संत है, उहदा हरेक वचन पूरा हुंदा। जो वचन करते ने उस साधु का भाव के गुरु नानक साहब का हरेक वचन पूरा हुंदा। बड़ो दीन दानी ना को समानी। ते लोकी कहते ने वो सब तो वड्डा दाता है, उहदे बराबर का कोई दाता नहीं। क्योंकि संसार विच वैसे दावा बड़े लोग करते हैं कि असीं दाते हाँ, असीं बड़ा कुछ दिंदे हैं, वक्खो वक्खरी तरह के दावे हैं। पर सतगुरु कहते ने परमात्मा तो वड्डा दाता कोई नहीं। रब दे घर विचों ही लैके सारा हरेक मनुख जिहड़ा है वो दाता नूं वरतदा है। हुण किसी मंगते कोलों मंगण दी बजाए असीं दाते कोलों ही मंगीए, क्योंकि जे असीं किसी मनुख कोलों कुछ मंगांगे
ਉਹ ਮਨੁੱਖ ਕਿੰਨਾ ਕੁ ਦੇਗਾ, ਜੋ ਉਹਦੇ ਕੋਲ ਹੈ ਉਹ ਸਾਰਾ ਤਾਂ ਨਹੀਂ ਦੇਣ ਲੱਗਿਆ, ਜਿੰਨਾ ਕੁਝ ਉਹਦੇ ਕੋਲ ਹੈ ਉਹਦੇ ਚੋਂ ਘਟਾ ਕੇ ਦੇਵੇਗਾ। ਪਰ ਪ੍ਰਮਾਤਮਾ ਜੀ ਜਿਹੜੇ ਨੇ ਉਹ ਜੋ ਮੰਗਦੇ ਉਹ ਸਾਰਾ ਕੁਝ ਦਿੰਦੇ ਹਨ, ਬਿਨਾਂ ਮੰਗਿਆਂ ਵੀ ਦੇਈ ਜਾਂਦੇ ਨੇ। ਸੰਸਾਰੀ ਦਾਤੇ ਬਣੇ ਹੋਏ ਲੋਕ ਜਿਹੜੇ ਹਨ, ਜੇ ਉਹਨਾਂ ਕੋਲੋਂ ਕੁਝ ਮੰਗ ਕੇ ਲਵਾਂਗੇ, ਉਹ ਸਾਰੀ ਜ਼ਿੰਦਗੀ ਸਾਨੂੰ ਦੱਸਣਗੇ ਤੁਸੀਂ ਸਾਡੇ ਕੋਲੋਂ ਇਹ ਚੀਜ਼ ਲਈ ਹੈ। ਪਰ ਉਸ ਦਾਤੇ ਕੋਲੋਂ ਮੰਗਾਂਗੇ, ਉਹ ਕਦੇ ਇਹ ਗੱਲ ਜਣਾਉਂਦਾ ਨਹੀਂ ਕਿ ਤੂੰ ਮੇਰੇ ਕੋਲੋਂ ਇਹ ਵਸਤੂਆਂ ਲਈਆਂ ਸਨ, ਉਹ ਯਾਦ ਵੀ ਨਹੀਂ ਕਰਾਉਂਦਾ। ਇੰਨਾ ਕੁਝ ਦੇ ਕੇ ਕਦੇ ਇਹ ਵੀ ਨਹੀਂ ਕਹਿੰਦਾ ਤੂੰ ਮੈਨੂੰ ਸ਼ੁਕਰਾਨਾ ਹੀ ਕਰ, ਧੰਨਵਾਦ ਹੀ ਕਰ। ਉਹਦਾ ਸੁਭਾਅ ਹੈ ਬੇਪਰਵਾਹ, ਉਹ ਦਾਤਾਂ ਵੰਡੀ ਜਾਂਦਾ ਹੈ। ਅਸੀਂ ਬਚਨ ਪੜ੍ਹਦੇ ਹਾਂ, ਆਖੈ ਮੰਗੈ ਦੇ ਦੇ। ਅਸੀਂ ਆਖਦੇ ਹਾਂ, ਮੰਗਦੇ ਹਾਂ, ਕੀ ਕਹਿੰਦੇ ਹਾਂ, ਹੇ ਵਾਹਿਗੁਰੂ ਇਹ ਵੀ ਦੇ ਦੇ, ਇਹ ਵੀ ਦੇ ਦੇ। ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ, ਉਹ ਦਾਤਾਂ ਦੇਈ ਜਾਂਦਾ ਹੈ। ਤੇ ਸਾਹਿਬ ਜੀ ਨੇ ਹੁਣ ਜਿਸ ਵੇਲੇ ਸਤਿਗੁਰੂ ਜੀ ਨੇ ਬੇਅੰਤ ਦਾਤਾਂ ਦਿੱਤੀਆਂ, ਤੇ ਲੋਕੀ ਕਹਿੰਦੇ ਨੇ ਗੁਰੂ ਵਰਗਾ ਕੋਈ ਨਹੀਂ, ਇਸ ਪਿਆਰੇ ਸਾਧੂ ਵਰਗਾ ਕੋਈ ਨਹੀਂ, ਸਭ ਤੋਂ ਵੱਡਾ ਇਹ ਦਾਤਾ ਹੈ। ਇਸ ਤਰ੍ਹਾਂ ਸੁਣ ਸੁਣ ਕੇ ਹੋਰ ਲੋਕ ਜਿਹੜੇ ਨੇ, ਸੁਣੈ ਲੋਕ ਜੋ ਪਿਖੈ ਧਾਏ ਸੋ। ਜਿਹੜਾ ਵੀ ਗੁਰੂ ਨਾਨਕ ਦੇ ਘਰ ਦੀਆਂ ਵਡਿਆਈਆਂ ਸੁਣਦਾ ਹੈ, ਉਹ ਦੌੜ ਦੌੜ ਕੇ ਆਉਂਦਾ ਹੈ ਕਿ ਮੈਂ ਵੀ ਜਾ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰ ਲਵਾਂ। ਜਵੈ ਜਾਏ ਹੇਰੇ ਕਰੇ ਚਿਤ ਚੇਰੈ। ਹੁਣ ਜਿਹੜਾ ਗੁਰੂ ਕੇ ਦਰਸ਼ਨ ਕਰਨ ਵਾਸਤੇ ਇੱਕ ਵਾਰੀ ਆ ਗਿਆ, ਉਹਦਾ ਚਿੱਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੀ ਜੁੜ ਜਾਂਦਾ ਹੈ। ਭਏ ਪੀਰ ਭਾਰੇ ਨਮੋ ਕਹਿ ਨਿਹਾਰੇ। ਸਤਿਗੁਰੂ ਦੇ ਚਰਨਾਂ ਵਿੱਚ ਵੱਡੀ ਭੀੜ ਲੱਗ ਗਈ, ਨਮਸਕਾਰਾਂ ਲੋਕੀ ਕਰ ਰਹੇ ਹਨ, ਦਰਸ਼ਨ ਦਿਦਾਰੇ ਕਰਕੇ ਬੜੇ ਆਨੰਦਿਤ ਹੋ ਰਹੇ ਨੇ। ਕਰਨ ਜੋਰ ਦੋ ਭਨੇ ਬੈਨ ਸੋ। ਹੁਣ ਜਿੰਨੇ ਲੋਕ ਆ ਰਹੇ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ, ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦੇ ਨੇ। ਨਿਜੰਗ ਜੋ ਪਦੇਸਾ ਕਰੋ ਸ਼ਾਂਤ ਵੇਸਾ। ਬੇਨਤੀ ਕਰਦੇ ਨੇ, ਹੇ ਸ਼ਾਂਤ ਸਰੂਪ ਸੁਭਾਅ ਦੇ ਮਾਲਕ, ਹੇ ਮਹਾਂਪੁਰਖੋ ਕਿਰਪਾ ਕਰੋ, ਜਿਹੜਾ ਤੁਹਾਡਾ ਉਪਦੇਸ਼ ਹੈ ਜ਼ਿੰਦਗੀ ਨੂੰ ਆਨੰਦ ਦੇਣ ਵਾਲਾ, ਕਿਰਪਾ ਕਰਕੇ ਸਾਨੂੰ ਉਹ ਉਪਦੇਸ਼ ਦਿਓ, ਸਾਨੂੰ ਸਿੱਖਿਆ ਦਿਓ। ਦੋਹਰਾ ਹੇਰਤ ਹੀ ਔਰ ਬਿਮਲ ਹੋਏ ਗੁਰ ਦਰਸ਼ਨ ਪ੍ਰਤਾਪ। ਸਤਿਗੁਰੂ ਦੇ ਦਰਸ਼ਨਾਂ ਵਿੱਚ ਐਸਾ ਆਨੰਦ ਹੈ, ਐਸੀ ਸ਼ਕਤੀ ਹੈ, ਜਿਹੜਾ ਵੀ ਪ੍ਰਾਣੀ ਗੁਰੂ ਕੇ ਦਰਸ਼ਨ ਕਰਦਾ ਹੈ ਉਹਦਾ ਹਿਰਦਾ ਨਿਰਮਲ ਹੋ ਜਾਂਦਾ। ਗੁਰੂ ਕੇ ਦਰਸ਼ਨ ਕੀਤਿਆਂ ਹਿਰਦੇ ਵਿੱਚ ਨਿਰਮਲਤਾ ਹੀ ਆ ਜਾਂਦੀ ਹੈ, ਪਾਪ ਵਿਰਤੀਆਂ ਦੂਰ ਹੋ ਜਾਂਦੀਆਂ ਨੇ। ਨਿਮਰ ਪਏ ਉਪਦੇਸ਼ ਲੈ ਚਹਿਤ ਨਿਕੰਦਨ ਪਾਪ। ਤੇ ਜਿਹੜੇ ਲੋਕ ਗੁਰੂ ਕੇ ਚਰਨਾਂ ਵਿੱਚ ਆ ਜਾਂਦੇ ਨੇ, ਫਿਰ ਕਹਿੰਦੇ ਨੇ ਸਤਿਗੁਰੂ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿਓ, ਸਾਡੀ ਮਤ ਪਵਿੱਤਰ ਹੋ ਸਕੇ। ਅਸੀਂ ਪਾਪ ਵਿਰਤੀਆਂ ਦਾ ਤਿਆਗ ਕਰਨਾ ਚਾਹੁੰਦੇ ਹਾਂ, ਮਾੜੀਆਂ ਵਿਰਤੀਆਂ ਨੂੰ ਛੱਡਣਾ ਚਾਹੁੰਦੇ ਹਾਂ। ਹੁਣ ਇਹ ਜਿਸ ਦਿਨ ਅਸੀਂ ਅਰਦਾਸ ਕਰਨ ਲੱਗ ਪਈਏ ਕਿ ਮਾਲਕ ਜੀ ਐਸੀ ਕਿਰਪਾ ਕਰ, ਅਸੀਂ ਮਾੜੀਆਂ ਵਿਰਤੀਆਂ ਦਾ ਤਿਆਗ ਕਰ ਸਕੀਏ। ਜਿਹੜੇ ਕਰਮ ਸਾਡੇ ਮਾੜੇ ਹੋ ਚੁੱਕੇ ਨੇ, ਜਿਹੜੀਆਂ ਸਾਡੀਆਂ ਆਦਤਾਂ ਮਾੜੀਆਂ ਹੋ ਚੁੱਕੀਆਂ ਨੇ, ਇਹ ਰਹਿਮਤ ਕਰ, ਸਾਡਾ ਇਹਨਾਂ ਕੋਲੋਂ ਖਹਿੜਾ ਛੁਡਵਾ ਦੇ। ਜਦੋਂ ਇਹ ਅਰਦਾਸ ਕਰਾਂਗੇ ਫਿਰ ਸਾਡੇ ਜੀਵਨ ਵਿੱਚ ਤਬਦੀਲੀ ਆਏਗੀ, ਸਾਡੇ ਜੀਵਨ ਵਿੱਚ ਕੋਈ ਚੰਗਿਆਈਆਂ ਆਉਣਗੀਆਂ। ਪਰ ਜਿੰਨਾ ਚਿਰ ਮਨੁੱਖ ਇਸ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਕਿ ਮੈਂ ਜੋ ਕਰ ਰਿਹਾ ਹਾਂ, ਜਿੰਨੇ ਮੇਰੇ ਕਰਮ ਹਨ, ਇਹ ਮੈਂ ਭੈੜੇ ਕਰਮ ਕਰ ਰਿਹਾ ਹਾਂ, ਇਹ ਮਾਲਕ ਜੀ ਤੋਂ ਬੇਮੁਖਾਂ ਵਾਲੇ ਕੰਮ ਕਰ ਰਿਹਾ ਹਾਂ, ਜਿੰਨਾ ਚਿਰ ਇਸ ਗੱਲ ਨੂੰ ਮੰਨਦੇ ਨਹੀਂ ਹਾਂ, ਉਨਾ ਚਿਰ ਸਾਡੇ ਜੀਵਨ ਵਿੱਚ ਕੋਈ ਬਦਲਾਵ ਨਹੀਂ ਆਏਗਾ। ਕਿਉਂਕਿ ਮੰਨਿਆ ਹੀ ਪਹਿਲਾਂ ਇਹ ਮੰਨਣਾ ਪਏਗਾ ਨਾ ਕਿ ਜੋ ਮੈਂ ਕਰ ਰਿਹਾ ਹਾਂ ਇਹ ਠੀਕ ਨਹੀਂ ਹੈ, ਜੋ ਮੈਂ ਝੂਠ ਬੋਲ ਰਿਹਾ ਹਾਂ ਇਹ ਠੀਕ ਨਹੀਂ, ਜੋ ਨਿੰਦਿਆ ਕਰ ਰਿਹਾ ਹਾਂ ਇਹ ਠੀਕ ਨਹੀਂ, ਜੋ ਨਫ਼ਰਤ ਤੇ ਸਾੜਾ ਕਰ ਰਿਹਾ ਹਾਂ ਇਹ ਵੀ ਜ਼ਿੰਦਗੀ ਵਾਸਤੇ ਠੀਕ ਨਹੀਂ। ਜਦੋਂ ਇਹ ਚੀਜ਼ਾਂ ਨੂੰ ਮੰਨ ਲਵਾਂਗੇ ਕਿ ਆਹ ਚੀਜ਼ਾਂ ਮੈਂ ਗਲਤ ਕਰ ਰਿਹਾ, ਕਿਉਂਕਿ ਵੈਸੇ ਸਾਡਾ ਸੁਭਾਅ ਇਹ ਬਣ ਜਾਂਦਾ ਹੈ, ਬੰਦਾ ਕਹਿੰਦਾ ਜੋ ਮੈਂ ਕਰ ਰਿਹਾ ਹਾਂ ਉਹ ਬਿਲਕੁਲ ਠੀਕ ਕਰ ਰਿਹਾ, ਪਰ ਦੂਸਰਾ ਜੋ ਕਰ ਰਿਹਾ ਉਹ ਬਿਲਕੁਲ ਹੀ ਗਲਤ ਕਰ ਰਿਹਾ। ਬੰਦੇ ਨੂੰ ਆਪਣਾ ਆਪ ਕਦੇ ਵੀ ਗਲਤ ਲੱਗਦਾ ਹੀ ਨਹੀਂ, ਅਸੀਂ ਹਮੇਸ਼ਾ ਦੂਸਰੇ ਨੂੰ ਹੀ ਗਲਤ ਠਹਿਰਾਉਂਦੇ ਹਾਂ। ਪਰ ਜਿਸ ਦਿਨ ਮੰਨ ਗਏ ਕਿ ਸਾਡੇ ਵਿੱਚ ਵੀ ਗਲਤੀਆਂ ਹਨ, ਕਿਉਂਕਿ ਗੁਰੂ ਨੇ ਕਿਹਾ ਇੰਨਾ ਕੁ ਨਿਮਰ ਹੋ ਜਾ
ਇਹ ਬੇਨਤੀ ਕਰਿਆ ਕਰ, ਮਾਲਕ ਜੀ ਇੰਨੀਆਂ ਗਲਤੀਆਂ ਨੇ ਮੇਰੇ ਵਿੱਚ, ਅਸੀਂ ਤਾਂ ਪਲ ਪਲ ਗਲਤੀ ਕਰਦੇ ਹਾਂ, ਇੱਕ ਇੱਕ ਨਿਮਕ ਨਿਮਕ ਸਾਡੇ ਕੋਲੋਂ ਭੁੱਲਾਂ ਹੁੰਦੀਆਂ ਨੇ। ਬਚਨ ਪੜ੍ਹਦੇ ਆ ਨਾ ਗੁਰੂ ਕੀ ਬਾਣੀ ਦੇ, ਸਾਹਿਬ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਇਹ ਮਾਲਕ ਜੀ ਇੰਨੇ ਔਗਣ ਨੇ ਸਾਡੇ ਵਿੱਚ ਜਿੰਨਾ ਸਮੁੰਦਰ ਪਾਣੀ ਨਾਲ ਭਰਿਆ ਪਿਆ। ਸਮੁੰਦਰ ਵਿੱਚ ਇੰਨਾ ਪਾਣੀ ਹੈ ਜਿਹਦਾ ਕੋਈ ਥਾਂ ਨਹੀਂ, ਜਿਹਦੀ ਕੋਈ ਮਿਣਤੀ ਨਹੀਂ, ਤੇ ਸਾਡੇ ਵਿੱਚ ਔਗਣ ਵੀ ਇੰਨੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਪਰ ਜਦੋਂ ਸਾਡੇ ਕੋਲੋਂ ਸਾਡੇ ਨਜ਼ਰੀਏ ਨਾਲ ਕੋਈ ਪੁੱਛੇਗਾ, ਅਸੀਂ ਕਹਿੰਦੇ ਹਾਂ ਜੀ ਅਸੀਂ ਬਿਲਕੁਲ ਠੀਕ ਹਾਂ। ਪਰ ਸਾਹਿਬ ਨੇ ਕਿਹਾ ਇਹ ਮਨ ਗੁਰੂ ਕੇ ਚਰਨਾਂ ਵਿੱਚ ਆ ਕੇ, ਮਾਲਕ ਜੀ ਮੇਰੇ ਹਿਰਦੇ ਵਿੱਚ ਅਪਵਿੱਤਰਤਾ ਹੈ, ਮੇਰੇ ਹਿਰਦੇ ਵਿੱਚ ਪਾਪ ਕਰਮਾਂ ਦੀ ਮੈਲ ਲੱਗ ਚੁੱਕੀ ਹੈ, ਕਿਰਪਾ ਕਰਕੇ ਐਸਾ ਉਪਦੇਸ਼ ਦਿਓ ਮੇਰਾ ਹਿਰਦਾ ਨਿਰਮਲ ਹੋ ਜਾਏ, ਮੇਰੇ ਹਿਰਦੇ ਵਿੱਚ ਤੁਸੀਂ ਆ ਕੇ ਵਸ ਸਕੋ। ਇਹ ਬੇਨਤੀ ਜਦੋਂ ਲੋਕੀ ਕਰਦੇ ਨੇ, ਸੋਹਣੇ ਦੀਨ ਦਾਏ ਦਇਆ ਹੇਰਿਆਏ, ਜਦੋਂ ਕੋਈ ਪ੍ਰੇਮ ਨਾਲ ਬੇਨਤੀ ਕਰਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਨੇ, ਉਹਦੀ ਬੇਨਤੀ ਪ੍ਰਵਾਨ ਕਰਦੇ ਨੇ, ਕਿਉਂਕਿ ਗੁਰੂ ਦਾ ਹਿਰਦਾ ਜਿਹੜਾ ਹੈ ਬੜਾ ਦਇਆਵਾਨ ਹੈ, ਸਤਿਗੁਰੂ ਤਰਸ ਦੇ ਭਰੇ ਹੋਏ ਨੇ। ਜਦੋਂ ਕੋਈ ਬੇਨਤੀ ਕਰੇ ਦੀਨ ਬਣ ਕੇ, ਨਿਮਰਤਾ ਦੇ ਨਾਲ, ਪ੍ਰੇਮ ਦੇ ਨਾਲ, ਸਤਿਗੁਰੂ ਜੀ ਦੇ ਹਿਰਦੇ ਵਿੱਚ ਦਇਆ ਆ ਜਾਂਦੀ, ਕਿਉਂਕਿ ਗੁਰੂ ਦਾ ਹਿਰਦਾ ਦਇਆ ਨਾਲ ਭਰਪੂਰ ਹੈ। ਇਹ ਸਾਡੇ ਹਿਰਦੇ ਕਠੋਰ ਹੋ ਸਕਦੇ ਨੇ, ਅਸੀਂ ਹੋ ਸਕਦਾ ਹੈ ਕਿਸੇ ਦੇ ਗਲਤੀ ਨੂੰ ਵੇਖ ਕੇ ਨਾ ਅਸੀਂ ਬਰਦਾਸ਼ਤ ਕਰ ਸਕੀਏ, ਪਰ ਗੁਰੂ ਜੀ ਬਰਦਾਸ਼ਤ ਕਰਦੇ ਆ। ਗੁਰੂ ਜੀ ਸਾਡੇ ਔਗੁਣਾਂ ਨੂੰ ਨਹੀਂ ਚਿਤਾਰਦੇ। ਵੈਸੇ ਅਸੀਂ ਇਹ ਅਰਦਾਸ ਵੀ ਕਰਦੇ ਹਾਂ, ਦੇਖ ਕੇ ਅਣਡਿੱਠ ਕੀਤਾ। ਹੁਣ ਦੇਖ ਕੇ ਅਣਡਿੱਠ ਕਰਨ ਦੀ ਭਾਵਨਾ ਇਹ ਬਹੁਤ ਵੱਡੀ ਭਾਵਨਾ ਹੈ, ਪਰ ਸਾਡੇ ਕੋਲ ਨਹੀਂ ਹੁੰਦੀ। ਅਸੀਂ ਦੇਖ ਕੇ ਅਣਡਿੱਠ ਨਹੀਂ ਕਰ ਸਕਦੇ। ਅਸੀਂ ਜਦੋਂ ਹੀ ਕਿਤੇ ਆਪਣਾ ਔਗਣ ਵੇਖ ਲੈਂਦੇ ਹਾਂ, ਉਦੋਂ ਅਸੀਂ ਅਣਡਿੱਠ ਕਰ ਦਿੰਦੇ ਹਾਂ, ਪਰ ਦੂਸਰੇ ਦਾ ਔਗਣ ਵੇਖ ਕੇ ਅਸੀਂ ਅਣਡਿੱਠ ਨਹੀਂ ਕਰ ਪਾਉਂਦੇ। ਹੁਣ ਸਾਹਿਬ ਨੇ ਜਿਸ ਵੇਲੇ ਉਹਨਾਂ ਦੀਆਂ ਬੇਨਤੀਆਂ ਸੁਣੀਆਂ, ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ। ਦਜੰਕੰਤ ਨੈਣਾ ਭਨੇ ਸਰ ਬੈਣਾ, ਕਮਲ ਦੇ ਪੱਤਿਆਂ ਵਰਗੇ ਨੈਣਾ ਵਾਲੇ ਸਤਿਗੁਰਾਂ ਨੇ ਬਹੁਤ ਪ੍ਰੇਮ ਨਾਲ ਬਚਨ ਕੀਤੇ। ਕਰੋ ਸੰਤ ਸੇਵਾ ਜਪੋ ਨਾਮ ਦੇਵਾ। ਹਜ਼ੂਰ ਕਹਿੰਦੇ ਪਿਆਰਿਓ, ਜੇ ਆਪਣਾ ਭਲਾ ਕਰਨਾ ਚਾਹੁੰਦੇ ਹੋ, ਜ਼ਿੰਦਗੀ ਦੇ ਵਿੱਚ ਪਵਿੱਤਰਤਾ ਹੀ ਲੈ ਕੇ ਆਉਣੀ ਚਾਹੁੰਦੇ ਹੋ ਸਾਡਾ ਹਿਰਦਾ ਨਿਰਮਲ ਹੋ ਜਾਏ, ਤਾਂ ਸਾਹਿਬ ਕਹਿੰਦੇ ਇੱਕ ਤਾਂ ਰੱਬ ਦੇ ਪਿਆਰਿਆਂ ਦੀ ਸੇਵਾ ਕਰਿਆ ਕਰੋ। ਕਰੋ ਸੰਤ ਸੇਵਾ, ਜਿਹੜੇ ਰੱਬ ਦੇ ਪ੍ਰੇਮ ਵਾਲੇ ਨੇ, ਰੱਬ ਦੇ ਪ੍ਰੇਮ ਵਾਲਿਆਂ ਦੀ ਸੇਵਾ ਕਰੋ, ਤੇ ਦੂਸਰਾ ਸਤਨਾਮ ਦਾ ਜਾਪ ਕਰੋ। ਹੁਣ ਅਸੀਂ ਕਿਵੇਂ ਮਹਿਸੂਸ ਪਤਾ ਕਰ ਸਕਦੇ ਹਾਂ ਕਿ ਕੌਣ ਰੱਬ ਦਾ ਪਿਆਰਾ ਹੈ? ਕਿਉਂਕਿ ਜੇ ਅਸੀਂ ਪਹਿਲਾਂ ਇਹ ਲੱਭਾਂਗੇ ਕਿ ਕਿਹੜਾ ਰੱਬ ਦਾ ਪਿਆਰਾ ਹੈ, ਕਿਹਦੀ ਸੇਵਾ ਕਰੀਏ, ਫਿਰ ਤਾਂ ਬੜਾ ਮੁਸ਼ਕਲ ਹੋ ਜਾਏਗਾ। ਤੇ ਗੁਰੂ ਨੇ ਸਾਨੂੰ ਮੱਤ ਦੇ ਦਿੱਤੀ, ਸੰਗਤ ਦੀ ਸੇਵਾ ਕਰ। ਜਦੋਂ ਸੰਗਤ ਦੀ ਸੇਵਾ ਕਰੇਗਾ, ਪਤਾ ਨਹੀਂ ਕੌਣ ਸੰਤ ਆਤਮਾ ਆ ਜਾਏ। ਜਦੋਂ ਸੰਗਤ ਦੀ ਸੇਵਾ ਕਰਾਂਗੇ, ਸੰਗਤ ਵਿੱਚ ਪਤਾ ਨਹੀਂ ਕੌਣ ਸੰਤ ਆਤਮਾ ਆ ਜਾਏ, ਕੌਣ ਰੱਬ ਦਾ ਪਿਆਰਾ ਆ ਜਾਏ। ਜਿੱਥੇ ਹੋਰਾਂ ਸੰਗਤਾਂ ਦੀ ਸੇਵਾ ਕਰਦੇ ਹੋਵਾਂਗੇ, ਉੱਥੇ ਕਿਸੇ ਰੱਬ ਦੇ ਪਿਆਰੇ ਦੀ, ਕਿਸੇ ਸਾਧੂ ਦੀ, ਕਿਸੇ ਮਹਾਂਪੁਰਖ ਦੀ ਸੇਵਾ ਵੀ ਹੋ ਜਾਏਗੀ। ਜਦੋਂ ਉਹ ਸੇਵਾ ਹੋ ਜਾਏਗੀ ਤੇ ਸੇਵਾ ਸਾਡੀ ਪ੍ਰਵਾਨ ਹੋ ਜਾਏਗੀ। ਇਸੇ ਕਰਕੇ ਸਾਹਿਬ ਨੇ ਕਿਹਾ, ਜਦੋਂ ਵੀ ਸੇਵਾ ਕਰ, ਇਹ ਮੰਨ ਕੇ ਕਰ ਕਿ ਸਾਰਿਆਂ ਵਿੱਚ ਗੁਰੂ ਦਾ ਵਾਸਾ ਹੈ, ਸਾਰਿਆਂ ਵਿੱਚ ਹੀ ਗੁਰੂ ਵਸਿਆ ਹੋਇਆ ਹੈ। ਕਿਉਂਕਿ ਪਤਾ ਨਹੀਂ ਕਿਹੜੀ ਰੂਹ ਹੋਵੇ ਜਿਹਦਾ ਹਿਰਦਾ ਮਾਲਕ ਦੇ ਚਰਨਾਂ 'ਚ ਜੁੜਿਆ ਹੋਏਗਾ। ਇਸੇ ਕਰਕੇ ਕਿਹਾ, ਸੰਗਤ ਜਿਹੜੀ ਹੈ, ਇਹ ਸੰਗਤ ਦੀ ਮਹਾਨਤਾ ਵੱਡੀ ਹੈ। ਇੱਥੇ ਪਤਾ ਨਹੀਂ ਇੱਥੇ ਕਿੰਨੇ ਕੁ ਪ੍ਰੇਮ ਵਾਲੇ ਗੁਰੂ ਕੇ ਸਿੱਖ ਆ ਜਾਂਦੇ ਨੇ, ਤੇ ਦੂਸਰੇ ਪਾਸੇ ਜੇ ਟੁੱਟੇ ਹੋਏ ਵੀ ਆਉਂਦੇ ਨੇ ਸੰਗਤ ਵਿੱਚ, ਤਾਂ ਜੁੜੇ ਹੋਇਆਂ ਦੀ ਕਿਰਪਾ ਨਾਲ ਉਹਨਾਂ ਦੇ ਜੀਵਨ ਵਿੱਚ ਵੀ ਪ੍ਰੇਮ ਪੈਦਾ ਹੋ ਜਾਂਦਾ ਹੈ। ਸੰਗਤ ਵਿੱਚ ਆਉਂਦਿਆਂ ਜੀਵਨ ਵਿੱਚ ਭਲਾ ਹੁੰਦਾ ਹੈ। ਇਸੇ ਕਰਕੇ ਹਜ਼ੂਰ ਨੇ ਬਚਨ ਕੀਤਾ, ਪਿਆਰਿਓ ਰੱਬ ਦੇ ਪਿਆਰਿਆਂ ਦੀ ਸੇਵਾ ਕਰੋ, ਤੇ ਦੂਸਰਾ ਜਪੋ ਨਾਮ ਦੇਵਾ। ਪ੍ਰਮਾਤਮਾ ਜੀ ਦਾ ਨਾਮ ਜਪਿਆ ਕਰੋ, ਸਿਮਰਨ ਕਰਿਆ ਕਰੋ। ਹਿਰਦੈ ਭਾਉ ਧਾਰੋ ਬੇਕਾਰੰਗ ਨਿਵਾਰੋ। ਸਤਿਗੁਰੂ ਕਹਿੰਦੇ ਪ੍ਰੇਮ ਪੈਦਾ ਕਰੋ, ਅੰਦਰ ਪ੍ਰੇਮ ਪੈਦਾ ਕਰੀਏ। ਜਿਹੜੇ ਮਾੜੇ ਕਰਮ ਹਨ, ਬੁਰੇ ਕਰਮ ਹਨ, ਬੇਕਾਰ ਹਨ, ਵਿਕਾਰਾਂ ਦਾ ਤਿਆਗ ਕਰਨ ਦਾ ਫੈਸਲਾ ਕਰੀਏ। ਹੌਲੀ ਹੌਲੀ ਵਿਕਾਰਾਂ ਨੂੰ ਤਿਆਗੀਏ,
ਚਿਤੰ ਕਾਲ ਦੀਜੈ ਦਿਨੰ ਦੇ ਛੀਜੈ। ਇਸ ਗੱਲ ਨੂੰ ਯਾਦ ਰੱਖੀਏ ਕਿ ਮੌਤ ਕਿਸੇ ਸਮੇਂ ਵੀ ਆ ਸਕਦੀ ਹੈ, ਕੋਈ ਪਤਾ ਨਹੀਂ ਕਿਹੜਾ ਸਮਾਂ ਆਖਰੀ ਹੋਵੇ। ਜਿਵੇਂ ਕਿਸੇ ਰੱਬ ਦੇ ਪਿਆਰੇ ਨੂੰ ਕਿਸੇ ਨੇ ਪੁੱਛਿਆ, ਕਹਿੰਦੇ ਜੀ ਬੰਦਗੀ ਕਦੋਂ ਕਰਨੀ ਚਾਹੀਦੀ? ਉਹਨੇ ਕਿਹਾ ਮੌਤ ਤੋਂ ਇੱਕ ਦਿਨ ਪਹਿਲਾਂ। ਤੇ ਪੁੱਛਣ ਵਾਲੇ ਨੇ ਕਿਹਾ ਜੀ ਮੌਤ ਦਾ ਤਾਂ ਪਤਾ ਕੋਈ ਨਹੀਂ ਕਦੋਂ ਆ ਜਾਏ। ਤੇ ਰੱਬ ਦੇ ਪਿਆਰੇ ਨੇ ਕਿਹਾ ਇਸੇ ਕਰਕੇ ਤਾਂ ਤੈਨੂੰ ਕਿਹਾ ਹੈ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਜਪਣਾ ਸ਼ੁਰੂ ਕਰ ਦੇ। ਕਿਉਂ? ਕਿਉਂਕਿ ਮੌਤ ਦਾ ਪਤਾ ਕੋਈ ਨਹੀਂ, ਕੱਲ ਵੀ ਆ ਸਕਦੀ ਹੈ, ਇਸ ਕਰਕੇ ਅੱਜ ਤੋਂ ਹੀ ਜਪਣਾ ਸ਼ੁਰੂ ਕਰ। ਤੇ ਉਸ ਰੱਬ ਦੇ ਪਿਆਰੇ ਨੇ ਤਾਂ ਕਿਹਾ ਇੱਕ ਦਿਨ ਪਹਿਲਾਂ ਸ਼ੁਰੂ ਕਰ। ਤੇ ਸਾਹਿਬ ਦੀ ਬਾਣੀ ਨੇ ਕਿਹਾ, ਕਹਿੰਦੇ ਇੱਕ ਸਵਾਸ ਦਾ ਵੀ ਕੋਈ ਪਤਾ ਨਹੀਂ, ਇੰਨਾ ਨੇੜੇ ਆ ਜਾ, ਦਿਨ ਦੀ ਵੀ ਗੱਲ ਛੱਡ ਦੇ, ਇਹ ਵੀ ਕੋਈ ਭਰੋਸਾ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ। ਇਸ ਕਰਕੇ ਜਿਹੜਾ ਸਾਹ ਆ ਰਿਹਾ ਇਹਦੇ ਵਿੱਚ ਹੀ ਜਪਣਾ ਸ਼ੁਰੂ ਕਰ ਦੇ, ਹੁਣੇ ਤੋਂ ਜਪ, ਉਡੀਕ ਨਾ ਕਰ। ਹਜ਼ੂਰ ਨੇ ਕਿਹਾ ਚਿਤੰ ਕਾਲ ਦੀਜੈ ਦਿਨੰ ਦੇ ਛੀਜੈ। ਆ ਜਿਹੜੀ ਦੇਹੀ ਹੈ ਦਿਨ ਪ੍ਰਤੀ ਦਿਨ ਰੋਜ਼ ਘਟ ਰਹੀ ਹੈ, ਕਮਜ਼ੋਰ ਹੋ ਰਹੀ ਹੈ। ਇਸ ਕਰਕੇ ਯਾਦ ਰੱਖੀਏ ਪਤਾ ਨਹੀਂ ਕਦੋਂ ਆਵਾਜ਼ ਪੈ ਜਾਏ, ਕੋਈ ਭਰੋਸਾ ਨਹੀਂ। ਇੱਥੇ ਅਸੀਂ ਉਮਰਾਂ ਦੇ ਤਕਾਜ਼ੇ ਨਾਲ ਨਹੀਂ ਵੇਖ ਸਕਦੇ ਕਿ ਜੀ ਅਜੇ ਉਮਰ ਬੜੀ ਪਈ ਹੈ, ਪਰ ਕੋਈ ਪਤਾ ਨਹੀਂ, ਕਿਉਂਕਿ ਇੱਥੇ ਤਾਂ ਜਨਮ ਲੈਂਦੇ ਆ ਸਾਰ ਵੀ ਬੱਚੇ ਚਲੇ ਜਾਂਦੇ, ਕਈ ਬਚਪਨ ਵਿੱਚ ਚਲੇ ਗਏ, ਕਈ ਜਵਾਨੀ ਚਲੇ ਗਏ, ਕੋਈ ਭਰੋਸਾ ਨਹੀਂ। ਇਸ ਕਰਕੇ ਸਾਹਿਬ ਨੇ ਕਿਹਾ ਹਮ ਆਦਮੀ ਹਾਂ ਇੱਕਦਮੀ, ਇੱਕਦਮ ਦੇ ਆਦਮੀਆਂ ਸਾਹ ਆ ਰਿਹਾ ਤਾਂ ਅਸੀਂ ਜਿਉਂਦੇ ਹਾਂ, ਸਾਹ ਰੁਕ ਗਿਆ ਤੇ ਮੌਤ ਹੈ। ਇਸ ਕਰਕੇ ਹਜ਼ੂਰ ਨੇ ਜਿਹੜੇ ਬਚਨ ਕਹਿੰਦੇ ਭਲਿਆ ਹੁਣੇ ਤੋਂ ਜਪ, ਜਿਹੜਾ ਸਾਹ ਆ ਰਿਹਾ ਇਹਨੂੰ ਹੀ ਸਫਲਾ ਕਰ। ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਪਿਆਰਿਓ ਇਹ ਗੱਲ ਚੇਤੇ ਰੱਖੋ, ਮੌਤ ਕਿਸੇ ਵੇਲੇ ਵੀ ਆ ਸਕਦੀ ਹੈ। ਪਦਮ ਕੋ ਪਖਾਰੇ ਸੁਖੰ ਦੇ ਨਹਾਰੇ। ਇਸ ਕਰਕੇ ਪ੍ਰਮਾਤਮਾ ਜੀ ਦੇ ਨਾਮ ਨੂੰ ਜਪੋ, ਹਰ ਵੇਲੇ ਉਹਦੀ ਯਾਦ ਵਿੱਚ ਜੁੜੇ ਰਹੋ। ਲਏ ਹੱਥ ਵਾਲਾ ਦਏ ਕੈ ਨਿਹਾਲਾ। ਇਹਨਾਂ ਲੋਕਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸਾਨੂੰ ਆਪਣੇ ਸੇਵਕ ਬਣਾ ਲਓ, ਤੇ ਸਤਿਗੁਰਾਂ ਨੇ ਆਪਣੇ ਚਰਨਾਂ ਦੀ ਪਹੁਲ ਦਿੱਤੀ ਹੈ। ਭਾਈ ਵਾਲਾ ਜੀ ਨੇ ਚਰਨ ਪਹੁਲ ਹੱਥ ਵਿੱਚ ਲੈ ਕੇ ਸਾਰਿਆਂ ਨੂੰ ਚੁਕਾਉਣੀ ਕੀਤੀ ਹੈ। ਭਏ ਸਿੱਖ ਸੋ ਵੱਡੇ ਭਾਗ ਜੋ। ਸਾਰੀ ਉਹ ਨਗਰ ਦੇ ਲੋਕ ਗੁਰੂ ਕੇ ਪਿਆਰੇ ਬਣ ਗਏ, ਉਹਨਾਂ ਦੇ ਵੱਡੇ ਭਾਗ ਜਾਗ ਪਏ ਜਿਹੜੀ ਉਹਨਾਂ ਨੂੰ ਗੁਰੂ ਕੀ ਸੰਗਤ ਮਿਲ ਗਈ। ਤੋਟ ਕਛੰਦ ਤਿਸ ਦੇਸ ਨਰੇਸ ਸੁਣਿਓ ਸਰਵਣੰ। ਸਤ ਸੰਤ ਸਰੂਪ ਅਯੋ ਰਮਣੰ। ਹੁਣ ਜਿਸ ਵੇਲੇ ਬਹੁਤ ਸਾਰੇ ਲੋਕ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇੱਥੇ ਇਕੱਤਰ ਹੋਣ ਲੱਗ ਪਏ, ਗੁਰੂ ਕੇ ਪਿਆਰੇ ਬਣਨ ਲੱਗ ਪਏ, ਇਹ ਖਬਰ ਜਿਹੜੀ ਸੀ ਇਸ ਦੇਸ਼ ਦੇ ਇਲਾਕੇ ਦੇ ਰਾਜੇ ਨੂੰ ਵੀ ਪਹੁੰਚੀ ਕਿ ਕੋਈ ਰੱਬ ਦਾ ਪਿਆਰਾ ਸੱਚਾ ਸਰੂਪ ਸੰਤ ਆਤਮਾ ਕੋਈ ਆਇਆ ਹੈ, ਜਿਹਦਾ ਮਕਸਦ ਇੱਕੋ ਹੀ ਹੈ ਕਿ ਸਾਰਿਆਂ ਦਾ ਭਲਾ ਹੋਵੇ। ਉਹ ਸਾਰਿਆਂ ਦਾ ਭਲਾ ਕਰ ਰਹੇ ਨੇ। ਗਤ ਦਾ ਬਲਵਾਨ ਵਿਸਾਲ ਕਲਾ ਅਵਲੋਕਤ ਲੋਚਨ ਹੋਤ ਭਲਾ। ਰਾਜੇ ਨੂੰ ਇਹ ਖਬਰ ਮਿਲ ਗਈ ਕਿ ਵੱਡੀ ਸ਼ਕਤੀ ਦਾ ਮਾਲਕ ਹੈ ਉਹ ਜਿਹੜਾ ਮਹਾਂਪੁਰਖ ਕੋਈ ਆਇਆ ਹੈ, ਉਹ ਜਿਹਦੇ ਵੱਲ ਆਪਣੀਆਂ ਪ੍ਰੇਮ ਭਰੀਆਂ ਨਜ਼ਰਾਂ ਨਾਲ ਦੇਖ ਵੀ ਲੈਂਦਾ ਹੈ, ਉਹਦਾ ਹੀ ਭਲਾ ਕਰ ਦਿੰਦਾ ਹੈ। ਤਟ ਭੇਟਨ ਕੋ ਪਟ ਭੇਟ ਲਏ, ਘਟ ਕੋ ਪਟ ਪਾਟੇ ਤ੍ਰਿਟ ਭਈ। ਇਹਨੇ ਵੀ ਮਨ ਵਿੱਚ, ਰਾਜੇ ਨੇ ਵੀ ਵਿਚਾਰ ਬਣਾਈ ਕਿ ਇੰਨੇ ਪ੍ਰੇਮ ਵਾਲਾ ਕੋਈ ਮਹਾਂਪੁਰਖ ਹੈ ਜਿਹਦੀ ਨਜ਼ਰ ਜਿਹੜੀ ਹੈ, ਜਿਹਦੀ ਨਿਗਾਹ ਜਿਹੜੀ ਹੈ, ਜੇ ਕਿਸੇ ਤੇ ਹੋ ਜਾਏ, ਮਿਹਰ ਦੀ ਨਜ਼ਰ ਦੇ ਨਾਲ ਹੀ ਕਿਸੇ ਦਾ ਭਲਾ ਹੋ ਜਾਂਦਾ ਹੈ, ਉਹਦੇ ਦਰਸ਼ਨ ਕੀਤੇ ਸੁੱਖ ਮਿਲ ਜਾਂਦਾ ਹੈ। ਜਦੋਂ ਰਾਜੇ ਨੇ ਇਹ ਗੱਲ ਸੁਣੀ, ਰਾਜੇ ਦੇ ਮਨ ਵਿੱਚ ਆਇਆ ਜਾ ਕੇ ਦਰਸ਼ਨ ਕਰਾਂ। ਐਸੇ ਪਿਆਰੇ ਦੇ ਦਰਸ਼ਨ ਕਰਨੇ ਚਾਹੀਦੇ ਨੇ ਜਿਹਦੇ ਦਰਸ਼ਨ ਕੀਤੇ ਸੁੱਖ ਮਿਲਦਾ ਹੈ। ਤੇ ਇਹਨੇ ਕੁਝ ਵਸਤਰ ਲਏ ਕਿ ਵਸਤਰ ਮੈਂ ਜਾ ਕੇ ਉਸ ਮਹਾਂਪੁਰਖ ਦੇ ਚਰਨਾਂ 'ਚ ਭੇਟਾ ਕਰਾਂਗਾ। ਤੇ ਮਨ ਵਿੱਚ ਇਹਨੇ ਗੱਲ ਸੋਚ ਲਈ, ਪਟ ਭੇਰ ਲਏ ਚਲਾਏ ਤਹਾਂ, ਪਰ ਅਰਵਿੰਦ ਬਿਲੋਚਿਤ ਬੈਸ ਜਹਾਂ। ਮਨ ਵਿੱਚ ਸੋਚਦਾ ਜਾਂਦਾ ਹੈ, ਅਰਦਾਸ ਕਰਦਾ ਜਾਂਦਾ ਹੈ, ਮੇਰੇ ਮਨ ਵਿੱਚ ਪਏ ਹੋਏ ਪੜਦੇ ਪਾਠ ਜਾਂ, ਕਿਉਂਕਿ ਪੜਦਾ ਹੀ ਹੈ, ਭਰਮ ਦਾ ਪੜਦਾ ਹੈ, ਹਉਮੈ ਦਾ ਪੜਦਾ ਹੈ,
ਇਹ ਪਰਦੇ ਜਿਹੜੇ ਹਨ, ਪਰਦਿਆਂ ਦੇ ਕਰਕੇ ਮਾਲਕ ਜੀ ਤੋਂ ਅਸੀਂ ਦੂਰ ਹਾਂ। ਵੈਸੇ ਕੋਈ ਦੂਰੀ ਨਹੀਂ, ਬਸ ਪਰਦੇ ਹੋ ਗਏ। ਹੁਣ ਪਰਦਾ ਪੈਣ ਕਰਕੇ ਪਤਾ ਹੀ ਨਹੀਂ ਲੱਗਦਾ ਕਿ ਬੰਦਾ ਹੈ ਕਿੱਥੇ ਤੇ ਪ੍ਰਮਾਤਮਾ ਜੀ ਹੈ ਕਿੱਥੇ ਨੇ। ਇਹ ਰਾਜਾ ਮਨ ਵਿੱਚ ਅਰਦਾਸਾਂ ਕਰਦਾ ਜਾਂਦਾ ਹੈ, ਮੇਰੇ ਮਨ ਦੇ ਪਰਦੇ ਪਾਟ ਜਾਣ। ਇਹ ਅਰਦਾਸ ਕਰਦਾ ਹੈ, ਮਨ ਦੀ ਇੱਛਾ ਹੈ। ਆਪਣੇ ਕੁਝ ਸੂਰਮੇ ਨਾਲ ਲੈ, ਸੂਰਮਿਆਂ ਨੂੰ ਨਾਲ ਲੈ ਕੇ ਉਸ ਪਾਸੇ ਚੱਲ ਪਿਆ ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵਿਰਾਜ ਰਹੇ ਨੇ। ਕਰ ਬੰਦ ਕਰੇ ਪਦ ਬੰਧਨ ਤਾ, ਚਖ ਸੋਮੁਖ ਦੇਖ ਆਨੰਦਵਤਾ। ਰਾਜਾ ਸਤਿਗੁਰੂ ਦੇ ਚਰਨਾਂ ਵਿੱਚ ਜਾ ਪਹੁੰਚਿਆ। ਸਤਿਗੁਰੂ ਦੇ ਚਰਨਾਂ ਤੇ ਜਾ ਕੇ ਨਮਸਕਾਰ ਕੀਤੀ। ਜਦੋਂ ਅੱਖਾਂ ਦੇ ਨਾਲ, ਆਪਣੇ ਨੇਤਰਾਂ ਦੇ ਨਾਲ ਗੁਰੂ ਕੇ ਦਰਸ਼ਨ ਕੀਤੇ, ਸਤਿਗੁਰੂ ਜੀ ਦਾ ਸੁੰਦਰ ਸਰੂਪ ਵੇਖ ਕੇ ਆਨੰਦ ਨਾਲ ਰਾਜਾ ਭਰ ਗਿਆ ਹੈ। ਪਨ ਆਨਨ ਬੇਦਨ ਦੀਨ ਮਨੰ, ਉਪਕਾਰ ਕੇ ਹੇਤ ਧਰਿਓ ਸੋ ਤਨ। ਸਤਿਗੁਰੂ ਦੇ ਦਰਸ਼ਨ ਕੀਤੇ ਮਨ ਬਹੁਤ ਨਿਮਰਤਾ ਵਿੱਚ ਆ ਗਿਆ। ਬੜਾ ਦੀਨ ਬਣ ਕੇ, ਬੜੇ ਨਿਮਰ ਹੋ ਕੇ ਬੇਨਤੀ ਕਰਦਾ ਹੈ, हे ਮਹਾਂਪੁਰਖੋ, ਤੁਸੀਂ ਸਾਡੇ ਵਰਗੇ ਜੀਵਾਂ ਤੇ ਪਰਉਪਕਾਰ ਕਰਨ ਵਾਸਤੇ, ਸਾਡਾ ਭਲਾ ਕਰਨ ਵਾਸਤੇ ਸਰੀਰ ਧਾਰਨ ਕੀਤਾ ਹੈ। ਉਪਦੇਸ਼ ਦੀਜੈ ਨਿਜ ਸਿੱਖ ਕਰੋ, ਪਵ ਬਾਂਧੈ ਅਮੰਕਨ ਮੈਲ ਹਰੋ। ਸਾਡੇ ਤੇ ਵੀ ਤਰਸ ਕਰਦੇ ਹੋ, ਮੈਨੂੰ ਵੀ ਰਹਿਮਤ ਕਰਕੇ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਓ। ਸੰਸਾਰ ਦੇ ਜਿਹੜੇ ਬੰਧਨ ਪਏ ਹੋਏ ਨੇ, ਇਹਨਾਂ ਬੰਧਨਾਂ ਕਰਕੇ ਮੇਰਾ ਮਨ ਮੈਲਾ ਹੈ, ਕਿਰਪਾ ਕਰਕੇ ਮੇਰੇ ਮਨ ਦੀ ਮੈਲ ਕੱਟ ਦਿਓ। ਸੁਣ ਕੀਰਤ ਕੋ ਸਰਦਾ ਧਰ ਕੈ, ਭਗਿਆਨ ਗਹੇ ਜਮ ਤੇ ਡਰ ਕੈ। ਰਾਜੇ ਨੇ ਬੇਨਤੀ ਕੀਤੀ, ਜੀ ਮੈਂ ਆਪ ਜੀ ਦੀ ਬੜੀ ਵਡਿਆਈ ਸੁਣੀ। ਆਪ ਜੀ ਦੀਆਂ ਵਡਿਆਈਆਂ ਸੁਣ ਕੇ ਮੇਰੇ ਮਨ ਵਿੱਚ ਸਰਦਾ ਪੈਦਾ ਹੋਈ। ਮੈਂ ਜਮਾਂ ਦੇ ਡਰ ਕਰਕੇ ਤੁਹਾਡੇ ਚਰਨ ਫੜੇ ਹਨ। ਮੈਨੂੰ ਜਮਾਂ ਦੀ ਮਾਰ ਤੋਂ ਡਰ ਲੱਗਦਾ ਹੈ। ਮੈਂ ਆਪਣੇ ਭਲੇ ਵਾਸਤੇ ਆਪ ਜੀ ਦੇ ਚਰਨੀ ਆਉਣਾ ਕੀਤਾ ਹੈ। ਸੁਣ ਕੇ ਸੁਖਦਾਨ ਭਨੇ ਬਚਨਾ, ਜਿਨ ਮੈਂ ਗਤ ਦੇਵਨ ਕੀ ਰਚਨਾ। ਰਾਜੇ ਦੀ ਪ੍ਰੇਮ ਭਰੀ ਬੇਨਤੀ ਸੁਣ ਕੇ ਸੁੱਖਾਂ ਦੇ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਹੁਤ ਪ੍ਰੇਮ ਨਾਲ ਬਚਨ ਕੀਤੇ। ਐਸੇ ਬਚਨ ਸਤਿਗੁਰਾਂ ਨੇ ਕੀਤੇ ਜਿਹੜੇ ਬਚਨਾਂ ਵਿੱਚ ਹਰੇਕ ਮਨੁੱਖ ਨੂੰ ਮੁਕਤੀ ਦੇਣ ਦੀ ਸਮਰੱਥਾ ਹੈ। ਸੁਖ ਮੈਂ ਦੁਖ ਮੈਂ ਨਿਤ ਨਾਮ ਭਜੋ, ਸਤ ਸੰਗਤ ਪ੍ਰੀਤ ਹਿਰਦੈ ਨਾ ਤਜੋ। ਸਤਿਗੁਰਾਂ ਨੇ ਬਚਨ ਕੀਤਾ, ਹੈ ਰਾਜਨ, ਜ਼ਿੰਦਗੀ 'ਚ ਭਾਵੇਂ ਸੁੱਖ ਆਵੇ, ਜ਼ਿੰਦਗੀ 'ਚ ਭਾਵੇਂ ਦੁੱਖ ਆਵੇ, ਕਿਉਂਕਿ ਦੋ ਹੀ ਚੀਜ਼ਾਂ ਆਉਂਦੀਆਂ ਨੇ ਜ਼ਿੰਦਗੀ ਵਿੱਚ। ਜਾਂ ਤਾਂ ਸੁੱਖ ਹੋਏਗਾ, ਜੇ ਸੁੱਖ ਨਹੀਂ ਤਾਂ ਜ਼ਿੰਦਗੀ 'ਚ ਦੁੱਖ ਹੋਏਗਾ। ਦੋ ਹੀ ਪੜਾਅ ਨੇ। ਤੇ ਹਜ਼ੂਰ ਨੇ ਬਚਨ ਕੀਤਾ, ਹੈ ਰਾਜਨ, ਜੇ ਤਾਂ ਸੁੱਖ ਵਿੱਚ ਹੈ ਤਾਂ ਵੀ ਉਹਦਾ ਨਾਮ ਜਪੀ, ਜੇ ਦੁੱਖ ਆਇਆ ਜ਼ਿੰਦਗੀ ਵਿੱਚ ਤਾਂ ਵੀ ਉਹਦਾ ਨਾਮ ਜਪੀ। ਸਤ ਸੰਗਤ ਦੀ ਪ੍ਰੀਤ ਨੂੰ ਕਦੇ ਮਨ ਵਿੱਚੋਂ ਨਾ ਵਿਸਾਰੀ। ਹਮੇਸ਼ਾ ਸਤ ਸੰਗਤ ਕਰੀ। ਤਨ ਮਾਨੁਖ ਲਾਲ ਅਮੋਲ ਭਲਾ, ਤੇ ਕੌਡਣ ਕੋ ਨਾ ਕਰੋ ਬਦਲਾ। ਹਜ਼ੂਰ ਕਹਿਣ ਲੱਗੇ, हे ਰਾਜਨ, ਆ ਜਿਹੜਾ ਤੈਨੂੰ ਸਰੀਰ ਦਿੱਤਾ ਹੈ ਨਾ ਰੱਬ ਨੇ, ਆ ਮਨੁੱਖਾ ਸਰੀਰ ਜਿਹੜਾ ਹੈ, ਇਹ ਮਨੁੱਖਾ ਸਰੀਰ ਬੜਾ ਹੀ ਅਮੋਲਕ ਹੈ। ਇਹਦੀ ਦੁਨੀਆ ਤੇ ਕੋਈ ਕੀਮਤ ਨਹੀਂ। ਅਸੀਂ ਕੋਈ ਵੀ ਕੀਮਤ ਕਰਤੇ ਇਸ ਸਰੀਰ ਨੂੰ ਖਰੀਦ ਨਹੀਂ ਸਕਦੇ। ਬੰਦਾ ਲੱਖ ਯਤਨ ਕਰ ਲਵੇ ਕਿ ਆਹ ਸਰੀਰ ਮੈਨੂੰ ਦੁਬਾਰਾ ਮਿਲ ਜਾਏ। ਸਰੀਰ ਤਾਂ ਚਲੋ ਛੱਡੀਏ, ਜਿਹੜਾ ਬਚਪਨ ਸਾਡੇ ਕੋਲੋਂ ਚਲਿਆ ਗਿਆ ਉਹ ਬਚਪਨ ਵੀ ਨਹੀਂ ਖਰੀਦ ਸਕਦੇ। ਜਿਹੜੀ ਜਵਾਨੀ ਚਲੀ ਗਈ, ਜਵਾਨੀ ਵੀ ਬੰਦਾ ਦੁਨੀਆ ਭਰ ਦੇ ਪੈਸੇ ਖਰਚ ਕੇ ਦੁਬਾਰਾ ਨਹੀਂ ਖਰੀਦ ਸਕਦਾ। ਇਹ ਬੜਾ ਅਮੋਲਕ ਸਮਾਂ ਹੈ ਤੇ ਬੜਾ ਅਮੋਲਕ ਸਰੀਰ ਹੈ। ਹਜ਼ੂਰ ਨੇ ਕਿਹਾ, ਮਨੁੱਖਾ ਜੀਵਨ ਬੜਾ ਬੇਸ਼ਕੀਮਤੀ ਹੈ, ਬੜਾ ਦੁਰਲਭ ਹੈ। ਇਹਨੂੰ ਕੌਡੀਆਂ ਵਿੱਚ ਨਾ ਬਦਲ, ਇਹਨੂੰ ਕੌਡੀਆਂ ਦੇ ਭਾਅ ਨਾ ਗਵਾ। ਸਤ ਸੰਗਤ ਸੇਵ ਪਦਾਰਥ ਜੋ, ਤਨ ਦੀਏ ਕਰੋ ਨਿਜ ਸਵਾਰਥ ਜੋ। ਸਤ ਸੰਗਤ ਦੇ ਵਿੱਚ ਜਾ ਕੇ ਸੇਵਾ ਕਰ ਤੇ ਆਪਣੇ ਸਰੀਰ ਨੂੰ ਸਫਲਾ ਕਰ, ਕਿਉਂਕਿ ਸਰੀਰ ਸਫਲਾ ਹੁੰਦਾ ਹੈ ਸੇਵਾ ਕੀਤਿਆਂ।
ਇਹ ਸਰੀਰ ਸਫਲਾ ਹੁੰਦਾ ਪ੍ਰਮਾਤਮਾ ਜੀ ਦੇ ਗੁਣ ਗਾਇਆ। ਜੇ ਇਸ ਜੀਵਨ ਵਿੱਚ ਸੇਵਾ ਤੇ ਬੰਦਗੀ ਨਾ ਕੀਤੀ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਜੀਵਨ ਕਿਸੇ ਲੇਖੇ ਨਹੀਂ, ਕਿਉਂਕਿ ਪ੍ਰਾਪਤੀ ਤਾਂ ਹੋਇਆ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਭਜੋ ਗੋविंद ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹਜ਼ੂਰ ਕਹਿੰਦੇ ਭਜਨਾ ਕਰੋ ਉਸ ਮਾਲਕ ਜੀ ਦੇ ਨਾਮ ਦੇ ਨਾਲ ਜੁੜ, ਕਿਤੇ ਭੁੱਲ ਨਾ ਜਾਵੀ। ਜੇ ਕਿਤੇ ਭੁੱਲ ਗਿਆ ਇਸ ਜੀਵਨ ਦੇ ਮਕਸਦ ਨੂੰ ਤਾਂ ਜੀਵਨ ਵਿੱਚ ਬਿਲਕੁਲ ਖਾਲੀ ਹੱਥ ਚਲੇ ਜਾਵਾਂ। ਹਜ਼ੂਰ ਨੇ ਕਿਹਾ ਰਾਜਨ, ਜੇ ਭਲਾ ਚਾਹੁੰਦਾ ਤਾਂ ਸਤ ਸੰਗਤ ਵਿੱਚ ਜੁੜ ਕੇ ਸੇਵਾ ਕਰਿਆ ਕਰ। ਆਪਣੇ ਸਰੀਰ ਨੂੰ ਸਵਾਰਥਾਂ ਤੋਂ ਉੱਪਰ ਉਠਾ ਕੇ ਪ੍ਰਮਾਤਮਾ ਦੀ ਬੰਦਗੀ 'ਚ ਜੋੜ। ਭੁਜੰਗ ਪ੍ਰਯਾਤ ਛੰਦ, ਕਰੋ ਸਤ ਸੰਗੰ ਚਿਰੰਕਾਲ ਹੇਤਾ। ਹਿਰਦਾ ਸੁਧ ਹੋਵੇ ਭਜੋ ਨਾਮ ਸਵੇਤਾ। ਹਜ਼ੂਰ ਨੇ ਬਚਨ ਕੀਤੇ ਰਾਜਨ, ਜਿੰਨਾ ਸਮਾਂ ਕੱਢ ਸਕਦਾ ਸਤ ਸੰਗਤ ਵਾਸਤੇ ਕੱਢਿਆ ਕਰ, ਤਾਂ ਜੋ ਹਿਰਦਾ ਜਿਹੜਾ ਹੈ ਇਹ ਜਲਦੀ ਸੁਧ ਹੋ ਸਕੇ ਤੇ ਹਿਰਦੇ ਸੁਧ ਵਿੱਚ ਪ੍ਰਮਾਤਮਾ ਜੀ ਦਾ ਨਾਮ ਟਿਕ ਸਕੇ। ਕਹੇ ਬੈਣ ਐਸੇ ਪਦੰ ਤੋਏ ਦੀਨੀ, ਕਰੇ ਧਰਮਸਾਲੰ ਭਲੀ ਰੀਤ ਚੀਨੀ। ਰਾਜੇ ਨੇ ਵੀ ਗੁਰੂ ਸਾਹਿਬ ਦੇ ਚਰਨਾਂ ਦੀ ਪੌਲ ਪ੍ਰਾਪਤ ਕੀਤੀ ਹੈ, ਭਲੀ ਰੀਤ ਦੇ ਨਾਲ ਉਹਨੇ ਚਰਨ ਪੌਲ ਛਕੀ। ਤੇ ਸਤਿਗੁਰਾਂ ਨੇ ਜਦੋਂ ਬਚਨ ਕੀਤਾ ਰਾਜੇ ਨੂੰ, ਤਾਂ ਰਾਜੇ ਨੇ ਆਪਣੇ ਨਗਰ ਵਿੱਚ, ਆਪਣੇ ਰਾਜ ਭਾਗ ਦੇ ਵਿੱਚ ਸੁੰਦਰ ਧਰਮਸ਼ਾਲਾ ਬਣਾ ਲਈ। ਧਰਮਸ਼ਾਲਾ ਗੁਰਦੁਆਰੇ ਦਾ ਹੀ ਪਹਿਲਾ ਨਾਮ ਹੈ, ਗੁਰਦੁਆਰੇ ਨੂੰ ਹੀ ਪਹਿਲਾਂ ਧਰਮਸ਼ਾਲਾ ਕਹਿੰਦੇ ਸਨ। ਗੁਰੂ ਸਾਹਿਬ ਜੀ ਦੇ ਹੁਕਮ ਦੇ ਅਨੁਸਾਰ ਇਹਨੇ ਧਰਮਸ਼ਾਲਾ ਬਣਾ ਲਈ ਕਿ ਤੈ ਦਿਓ ਸਬਾਸੇ ਚਲੇ ਔਰ ਦੇਸਾ, ਕਲੀ ਕਾਲ ਕੇ ਤਾਰਵੇ ਜਾਹੇ ਵੇਸਾ। ਹੁਣ ਸਤ ਸੰਗਤ ਇਸ ਧਰਮਸ਼ਾਲਾ ਵਿੱਚ ਹੋਣ ਲੱਗ ਪਈ ਹੈ। ਤੇ ਜਿੱਥੇ ਧਰਮਸ਼ਾਲਾ ਹੋਵੇ, ਜਿੱਥੇ ਗੁਰੂ ਕਾ ਦਰ ਹੋਵੇ, ਉੱਥੇ ਜਿੱਥੇ ਗੁਰੂ ਕੇ ਸ਼ਬਦ ਦੀ ਵਿਚਾਰ ਚੱਲਦੀ ਹੈ, ਪ੍ਰਮਾਤਮਾ ਜੀ ਦੇ ਗੁਣਾਂ ਦੀ ਭਗਤੀ ਹੁੰਦੀ ਹੈ, ਉੱਥੇ ਗੁਰੂ ਕੇ ਲੰਗਰ ਵੀ ਨਾਲੋਂ ਨਾਲ ਚੱਲ ਪੈਂਦੇ। ਗੁਰੂ ਕੇ ਸ਼ਬਦ ਦਾ ਵੀ ਲੰਗਰ ਚੱਲੀ ਜਾਂਦਾ ਹੈ, ਦੂਸਰੇ ਪਾਸੇ ਪਦਾਰਥ ਦਾ ਵੀ ਲੰਗਰ ਚੱਲੀ ਜਾਂਦਾ ਹੈ। ਆ ਰਾਜਾ ਬੜੇ ਪ੍ਰੇਮ ਨਾਲ ਸਤ ਸੰਗਤ ਕਰਨ ਲੱਗਿਆ। ਕਈ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਠਹਿਰੇ ਨੇ। ਆ ਰਾਜੇ ਨੂੰ ਗੁਰਮਤਿ ਦਾ ਉਪਦੇਸ਼ ਦ੍ਰਿੜ ਕਰਵਾਇਆ ਹੈ। ਫਿਰ ਇੱਥੋਂ ਸਤਿਗੁਰੂ ਜੀ ਅਗਲੇ ਸਫ਼ਰ ਤੇ ਚੱਲ ਪਏ। ਲਏ ਸੰਗ ਮੋਕੋ ਚਲੇ ਜਾਹੇ ਤੀਨੋ, ਆਗੰ ਦਮ ਭਾਰੋ ਚਿਤੰਗ ਹੀਣ ਕੀਨੋ। ਧਰਤੀ ਤੇ ਪਿਆ ਹੋਇਆ ਪਾਪਾਂ ਪਖੰਡਾਂ ਦਾ ਜਿਹੜਾ ਭਾਰ ਹੈ, ਉਹਨੂੰ ਹੌਲਾ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਪਿਆਰੇ ਭਾਈ ਮਰਦਾਨੇ ਤੇ ਭਾਈ ਬਾਲਾ ਜੀ ਦੇ ਸਮੇਤ ਬੜੇ ਪ੍ਰੇਮ ਸਹਿਤ ਸਫ਼ਰ ਕਰ ਰਹੇ ਨੇ। ਤੋਟਕ ਛੰਦ, ਜਿਹ ਨਾਮ ਮੁਨਾਫਿਕ ਦੇਸ ਅਹੈ, ਹਰ ਨਾਮ ਬਹੀਨ ਅਧੀਨ ਰਹੈ। ਇੱਕ ਨਗਰ ਜਿਹਦਾ ਨਾਮ ਮੁਨਾਫਿਕ ਹੈ, ਇਸ ਨਗਰ ਦਾ ਨਾਮ ਜਿਹਦਾ ਮੁਨਾਫਿਕ ਦੇਸ ਹੈ, ਇੱਥੇ ਰੱਬ ਦਾ ਪ੍ਰੇਮ, ਰੱਬ ਦੀ ਭਗਤੀ ਦੀ ਗੱਲ ਬਿਲਕੁਲ ਵੀ ਨਹੀਂ। ਇਹ ਪ੍ਰਮਾਤਮਾ ਜੀ ਦੇ ਨਾਮ ਤੋਂ ਬਿਲਕੁਲ ਖਾਲੀ ਦੇਸ ਹੈ। ਇੱਥੇ ਨਾਮ ਜਪਣ ਵਾਲਾ ਕੋਈ ਵੀ ਨਹੀਂ ਹੈ। ਸਤ ਸੰਗਤ ਰੀਤ ਨ ਕਾਨ ਸੁਣੇ, ਸਭ ਮੂਰਖ ਰਾਵਨ ਕੋ ਨਾ ਗੁਣੀ। ਹੁਣ ਇਹਨਾਂ ਨੇ ਕਦੇ ਸਤ ਸੰਗਤ ਦੀ ਤਾਂ ਰੀਤੀ ਕਦੇ ਸੁਣੀ ਹੋਈ ਨਹੀਂ। ਇੱਥੇ ਸਾਰੇ ਮਨੁੱਖ ਜਿਹੜੇ ਆਪਣੇ ਆਪ ਨੂੰ ਸਿਆਣੇ ਕਹਾਉਂਦੇ ਨੇ, ਪਰ ਉਹ ਹੈ ਮੂਰਖ ਵਿਰਤੀਆਂ ਦੇ ਮਾਲਕ ਨੇ। ਕਿਸੇ ਵਿੱਚ ਵੀ ਕੋਈ ਗੁਣ ਨਹੀਂ ਹੈ। ਕਰਤਾਰ ਨ ਜਾਣੈ ਕੌਣ ਕਹਾ, ਕਰ ਕਾਜ ਰਚੇ ਤਮ ਮੋਹ ਮਹਾ। ਇੱਥੇ ਵਸਣ ਵਾਲੇ ਲੋਕ ਇਹ ਜਾਣਦੇ ਨਹੀਂ ਹਨ ਕਿ ਕੋਈ ਰੱਬ ਵੀ ਹੁੰਦਾ ਹੈ, ਪਰਮਾਤਮਾ ਵੀ ਕੋਈ ਚੀਜ਼ ਹੈ, ਤੇ ਇਹ ਵੀ ਨਹੀਂ ਜਾਣਦੇ ਉਹ ਰਹਿੰਦਾ ਕਿੱਥੇ ਹੈ ਕੌਣ ਹੈ। ਬਸ ਆਪਣੇ ਸੰਸਾਰਿਕ ਕੰਮਾਂ ਵਿੱਚ ਉਲਝੇ ਹੋਏ ਲੋਕ ਮੋਹ ਦੇ ਹਨੇਰੇ ਵਿੱਚ ਫਸੇ ਹੋਏ ਨੇ। ਭਗਤੀ ਬਿਨ ਭੂਲ ਭਵਾਰ ਪਰੇ, ਨਰ ਮੂਰਖ ਚੀਨ ਨਾ ਨਾਮ ਹਰੇ। ਭਗਤੀ ਤੋਂ ਬਗੈਰ ਆਪਣੇ ਆਪ ਨੂੰ ਸਿਆਣੇ ਤਾਂ ਕਹਾਉਂਦੇ ਨੇ, ਪਰ ਮੋਹ ਦੇ ਭਰਮਾਂ ਵਿੱਚ ਭੁੱਲੇ ਪਏ ਨੇ। ਕਿਉਂਕਿ ਭਗਤੀ ਤੋਂ ਬਿਨਾਂ
परमात्मा जी की बंदगी तो बिना, भगत बिना बहुत डूबे सियाणे। भगती तो बिना बड़े सियाणे कहाउण वाले डुब गए, क्योंकि भरमां दे चक्कर विच पै गए। हुण जिहड़े इत्थे लोक वसदे ने, भगती बिन भूल भवार परे, भगती तो बगैर भरमां विच भुल्ले पए हन। नर मूर्ख चीन ना नाम हरे, ऐसे मूर्ख हन कदे भी रब दा नाम इन्हां चेते नहीं कीता। करुणा कर हेर गई करुणा, इस देश ना कीरत आचरणा। हुण ये क्योंकि गुरु साहिब जी का सुभाव है कि जिहड़ा मनुख टुटिया होवे, गुरु साहिब उहदे ते तरस करके उहनूं जोड़दे आ। ये गुरु साहिब की रहमत है, गुरु साहिब की किरपा है। सतगुरु जिन्हां दे अंदर बिल्कुल प्रेम नहीं, उन्हां दे अंदर प्रेम पैदा कर दिंदे ने, क्योंकि गुरु जगदा होया दीवा है, ते जगदे हुए दीवे विच समर्था हुंदी है कि दूसरिਆਂ ਨੂੰ जगा दिंदा है। गुरु की बाणी ਦਾ ਆਪਾਂ बचन पढ़दे हैं ना, गुर दाता गुर हिवै घर, गुर दीपक तिह लोए। गुरु तिन्नां लोकां दा दीवा है, ते ਜਿਹੜਾ गुरु के शरण ਵਿੱਚ आ जाए, गुरु बुझिया होया ਨੂੰ जगा दिंदा है। सतगुरां दे अंदर दया आई, साहब ने सोचना कीता, विचारिया कि इस देश के लोगों के जीवन विच भगती बिल्कुल भी नहीं है। पर लोके की सुदेक नहीं, सब नारक जावे दुख सही। इन्हां नूं परलोक की तो सोझी कोई नहीं, ये सारे ही अपने जीवन विच बड़ा दुख भोगणगे। पिक एक किदार उदार तहां, गुर बैठ गए तड़ताए जहां। सतगुरु जी एक खेत गुरु साहब ने वेख्या, उस खेत के किनारे गुरु साहब जी बैठ गए। उत्थों कुछ भाई बाले मरदाने ने कुछ बालन इकट्ठा किया। बालन इकट्ठा करके एक ठां कर ईंधन धूम कियो, दरवेश सो वेश शरीर लियो। बालन इकट्ठा करके कुछ लकड़ियां इकट्ठियां करके सतगुरां ने इत्थे अग बाल लई। तिन्हां दे पहरावे फकीरां वाले ने। तिस देश कुरेत होते सो सुनो, चित पालक पूजे राम मनो। हुण इन्हां लोकां दे विच जिहड़ा इन्हां दा सुभाव सी वो ये सी कि धरती दे राजे नूं ही ये रब समझ के पूजदे सन। जिहड़ा इन्हां दा राजा हुंदा सी, ये राजे नूं ही रब समझ के पूजदे सन कि सारा कुछ राजे दे हत्थ विच ही है। बरखा जब चाहे खेत हितंग, सब जाचे जाए जहां निरपतंग। जदों इन्हां नूं बरखा की लोड़ पैन हुंदी, खेतां दे वास्ते फसलां दे वास्ते मींह की लोड़ हुंदी, तां जाके राजे नूं पुकारां करदे ने, राजे दे अगे बेनतियां करदे ने। मुख जाप सुरेश नरेश करै, जब मंत्र पढ़े बरखा सो परै। तां राजा भी अपनी पूजा कराउंदा है, ते पूजा करा के फिर वो मंत्रां दा जाप करदा सी, ते मंत्रां दे जाप करन दे नाल किसे वैधी बन जांदी सी, बरखा हुंदी सी। किस कारज होए निवाहे असंग, बिन भूप लखे नए और किसंग। ये राजे तो वड्डी शक्ति होर किसे नूं मनदे नहीं सन, इन्हां वास्ते राजा ही सब तो वड्डी शक्ति सी। राजे कोलों सब कुछ मंगदे ने। जिस वासर ते गुर बैठ गए, तब ते जल मेघ न फेर पए। जदों गुरु नानक साहब महाराज जी इस इलाके विच पहुंचे ने, उदों इस इलाके विच मींह नहीं सी पै रहा। मींह की बड़ी जरूरत सी, पर मींह नहीं सी पै रहा। कृष सूक चले बिन नीर जवै, सब लोक गए नृप पास तवै। हुण जिस वेले बरखा, क्योंकि जिन्हां इलाकिਆਂ ਦੇ ਵਿੱਚ सारी फसल सारी खेती बरखा ते निर्भर होवे, जे बरखा ना पवे ਤਾਂ ਉਹਨਾਂ ਫਸਲਾਂ ਨੂੰ ਨੁਕਸਾਨ ਹੁੰਦਾ, ਸੁੱਕ ਜਾਂਦੀਆਂ। ਹੁਣ ਜਿਸ ਵੇਲੇ ਫਸਲਾਂ ਸੁੱਕਣ ਲੱਗੀਆਂ ਤਾਂ ਲੋਕੀ ਰਾਜੇ ਕੋਲ ਗਏ, ਰਾਜੇ ਕੋਲ ਜਾ ਕੇ ਪੁਕਾਰਾਂ ਕਰਨ ਲੱਗੇ ਨੇ। बरखा बिन सूकत खेत हरे, कहो बाग धरा पग में हो परे। राजे नूं जाके कहन लगे, हे राजन, पानी तो बगैर, बरखा तो बगैर साडे हरे भरे खेत सुक रहे ने।
सुन भूप उचारण मंत्र कियो, कह बैन कयो न मीह पियो। राजे ने बड़े मंत्र पढ़े ਤਾਂ ਜੋ ਵਰਖਾ ਪੈ ਜਾਵੇ, ਪਰ ਮੰਤਰਾਂ ਦਾ ਉਚਾਰਨ ਰਾਜਾ ਕਰੀ ਜਾਂਦਾ ਹੈ, ਪਰ ਵਰਖਾ ਪੈ ਨਹੀਂ ਰਹੀ, ਮੀਂਹ ਨਹੀਂ ਆ ਰਿਹਾ। ਤੋਟਕ ਛੰਦ ਨਰ ਤੀਸਰ ਵਾਸਰ ਫੇਰ ਗਏ, ਸਭ ਲੋਕ ਚਏ ਨ ਮਿਹੋ ਪਏ। ਰਾਜੇ ਨੇ ਕਿਹਾ ਕੋਈ ਗੱਲ ਨਹੀਂ, ਅੱਜ ਨਹੀਂ ਪਿਆ, ਇੱਕ ਅੱਧੇ ਦਿਨ ਵਿੱਚ ਪੈ ਜਾਏਗਾ ਮੀਂਹ। ਪਰ ਮੀਂਹ ਨਾ ਪਿਆ। ਲੋਕ ਦੂਸਰੀ ਵਾਰ ਗਏ, राजे ने फिर मंत्र पढ़े, उस दिन मींह ना पिया। फिर राजे ने क्या कुछ दिन उड़ीक करो, मींह पै जाएगा। पर हुण तीसरी वारी लोग सारे इकट्ठे होके राजे कोल जा पहुंचे। सारे चाहुंदे ने कि मींह पवे। राजे नूं कहंदे ने तुसीं मंत्र पढ़ो, तुसीं तुहाडे हत्थ विच वरखा है, तुसीं वरखा कराउणी करो। ओ पचारण कूप नदी जल को, नित्यास आकाश मही तल को। क्योंकि इत्थे खूह जां नदी दा कोई प्रबंध नहीं, ਤੇ ਸਾਰੇ ਹੀ ਆਸਮਾਨ ਵੱਲ ਵੇਖਦੇ ਨੇ ਤੇ ਚਾਹੁੰਦੇ ਨੇ ਕਿ ਕਦੋਂ ਵਰਖਾ ਸ਼ੁਰੂ ਹੋਵੇ ਤੇ ਕਦੋਂ ਸਾਡੀ ਜਿਹੜੀ ਫਸਲ ਹੈ ਉਹਨੂੰ ਪਾਣੀ ਮਿਲੇ ਤੇ ਉਹ ਹਰੀ ਭਰੀ ਰਹਿ ਸਕੇ। ਸੁਣ ਭੂਪ ਕਹੇ ਨਹਿ ਚਿੰਤ ਕਰੋ, ਵਰਖਾ ਵਰਖੈ ਔਰ ਧੀਰ ਧਰੋ। ਰਾਜੇ ਨੇ ਫਿਰ ਅੱਜ ਸਾਰਿਆਂ ਨੂੰ ਕਿਹਾ ਤੁਸੀਂ ਚਿੰਤਾ ਕਿਉਂ ਕਰਦੇ ਹੋ, ਵਰਖਾ ਜ਼ਰੂਰ ਹੋਵੇਗੀ, थोड़ा जिहा धीरज रखना करो, थोड़े ਜਿਹੇ दिन रुको तो बरखा पै जाएगी। तब मानव को निज ऐन गए, पुन द्योष से सात बतीत भये। सारे लोग राजे ते भरोसा करके, क्योंकि राजे नूं सब तो वड्डी ताकत मनदे ने, राजे दीआं बचनां ते भरोसा करके फिर घरां नूं चले गए। ते 6-7 दिन होर बतीत हो गए पर वरखा नहीं आई। बहुवार राध रह्यो मगवा, नृपते न बूंद परे लगवा। राजे ने इंद्र देवते की बड़ी आराधना की, बड़े मंत्र जपे, पर बरखा की थोड़ी जी कोई बूंद भी धरती ते ना डिगी। और धीर टरा न चिंत गहे, कृस सूख चले न पाओ लहे। इधर राजा चिंता विच है, क्योंकि सारे लोग राजे ते भरोसा करते हैं कि राजे के कोले बरखा है, राजा ही मींह पवा सकता है। पर हुण लोगों का भरोसा टुट रहा है, सारी प्रजा नूं चिंता ने घेर लिया, फसल सुक रही है, कोई उपाय कोई चल नहीं रहा। जे खेत समीप गुरु वरदा, ते मालक आए बिसूर सदा। जिस खेत के किनारे गुरु नानक साहब महाराज सच्चे पातशाह जी विराजे हुए ने, उस खेत का मालिक भी अपने खेत में आके अपनी फसल वाल वेख के बड़ा दुखी हुंदा, बड़ा झूर रहा है। घट के लख के गुर बैन भनंग, चित मैं वो चिंत भयो बिमनंग। सतगुरु जी जान गए कि ये मनुख बड़ा दुखी है, क्योंकि जिहड़ी फसल है, किसान जो फसल नूं पालदा उहनूं पुत्तां वांग पालदा, ਉਹਦਾ सारा कुछ ਉਹਦੀ फसल ਹੁੰਦੀ है, ਉਹਦੀ सेवा करता है, हर वेले ਉਹਦਾ ध्यान रखता है, ਤਾਂ ਜੋ ਉਹਦਾ ध्यान रखण ਤੋਂ ਬਾਅਦ ਉਹਦੇ घर ਵਿੱਚ कुछ माया आ सके, कुछ अनाज आ सके। ਤੇ ਸਿਆਣੇ ਵੀ ਕਹਿੰਦੇ ਨੇ कि फसल ਪੁੱਤਾਂ ਵਾਂਗ ਹੀ ਪਾਲਣੀ ਪੈਂਦੀ ਹੈ, ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ। ਹੁਣ ਜਦੋਂ ਇਹਦੀ फसल ਇਹਦੇ ਸਾਹਮਣੇ ਸੁੱਕ ਰਹੀ है ਤੇ ਰਾਜੇ ਉਸ किसान ਨੂੰ बड़ा दुख हो रहा है, वो बड़ा झूरदा है, बड़ा निराश होया है। हजूर ने उहदे दिल की गल जाणदियां होइयां बचन कीते, हे भाई बड़ा चिंता तुर दिख रहा है, की गल है, बड़ा दुखी ते उदास नजर क्यों आ रहा है। कहो कारण कौन तुम्हें दुख को, दिलगीर दिखो ना खुशी मुख को। सतगुरां ने बचन कीता, प्यारिया तैनूं किहड़ा दुख है, बड़ा दिलगीर दिखदा है, तेरे चेहरे ते कोई खुशी कोई रौनक दिखाई नहीं दे रही, बहुत ज्यादा चिंता विच जापदा है। सुन संत कहो बिरथा मन की, सब आस तजी जग जीवन की। अगों इस किसान ने, खेत के मालिक ने कहा, हे संत जी मेरे बारे कुछ पुछो ही ना तां चंगा है, क्योंकि जिस हालात विचों मैं लंघ रहा हाँ
मेरे दिन मेरा जीवन बड़ा बदतर हो गया है। इस संसार विच जिन्नियां मेरियां जीवन दियां आसां सन वो सारी आसां मेरियां खत्म होंदियां जाप रहीआं ने। बरखा ना परै दुरभिक्ष परा, कृख सूक चले बिन नीर धरा। कहन लगा, हे संत जी, बरखा ना होने करके काल पै गया है, पानी ना मिलने करके आ जिहड़ी फसल बीजी सी ये भी सुक चली है। जुत भूप प्रजा सब चिंत करे, न पायो पाए जे धीर धरै। साडा राजा भी ते मेरे वर्गे सारे जिन्ने लोक ने, जिन्नी प्रजा है, सारे चिंता विच डुबे पे ने। कोई उपाय नहीं सानू मिल रहा। काहदे आसरे हौसला धरना करिए? तुसीं कहने हो तेरे चेहरे ते खुशी कोई नहीं, ते खुशी जीवन विच आवे कित्थों? क्योंकि साडे जीवन का आधार ये फसल मुकदी जा रही है। कह श्री गुर पूर्व कौन विदं, जे ते बरखे जल धार अदंग। सतगुरां ने बचन कीता, कहन लगे, प्यारिया, पहला किहड़ी विधि नाल तुहाडे इलाके विच वरखा हुंदी है? पहला तुसीं की करदे हो जिहदे नाल तुहाडे इस इलाके विच, तुहाडे देश विच वरखा हुंदी है? की यतन तुसीं करदे हो? सुन संतो आद भुपाल कहे, बरखा सो परे जब चाह आहे। उस व्यक्ति ने क्या कहन लगा, है संत जी, साडे राजे कोल ही सारियां शक्तियां ने। साडा राजा जदों मंत्र पढ़दा है, जदों असीं चाहुंदे सां उदों मींह पै जांदा है। इसे तरह ही निरंतर ही सारा वरतारा चलदा है। जदों सानूं मींह दी लोड़ हुंदी है, उस वेले असीं राजे नूं पुकार करदे हां, मंत्र पढ़ के मींह पवा लैंदा है। बहु वार कहियो अव नाहीं परै, विपरीत पई ने बैन फुरै। हुण राजे ने बड़ी वारी मंत्र पढ़े ने, बहुत उहने भी उपराले कर लै, पर वर्खा नहीं हो रही। असीं हैरान हाँ कि राजे कोले सारियां शक्तियां होने के बावजूद वर्खा क्यों नहीं करा रहा, उल्टी गल क्यों कर रहा है। लख रेत कुरेत बनी दो चिते, छतपाल न आनन कां धरती। कहंदे राजा भी हुण सानू लारे ला रहा है। कहंदा एक दो दिनां विच पै जाएगा, फिर जाने फिर कह दिंदा कुछ दिनां च पै जाएगा। ते साडा मन बड़ी दुचित्ती विच है, बड़ी चिंता विच फसे हुए हैं। राजे दे कीते हुए बचन भी हुण उन्हां ते भी भरोसा नहीं रहा। उहदे मुख तो कीते बचन हुण रत्ती भर भी शोभा नहीं पा रहे। गुरवाक कहे करतार भजो, चित पालक की सरदा सो तजो। सतगुरां ने क्या कहन लगे, प्यारिओ, राजे ते सरदा त्यागो ते राजियां दे राजे परमात्मा जी दा भजन करया करो। वाहिगुरु परमात्मा जी दे उस करतार दे गुण गाया करो। बहु बार परे तर मेह महा, अत होवे अनज तोजे चाह। जदों तुसीं सारे कासे दे मालक करतार दे नाम दा भजन करोगे, उहदे ते सरदा रखोगे, फिर भाई मींह भी पै जाएगा, तुहाडियां फसलां भी हरियां भरियां हो जाणगियां, ते जो कुछ तुसीं चाहुंदे हो सारा कुछ रब दे घर विचों प्राप्त हो जाएगा। पर तुसीं परमात्मा जी दे नाम नूं जपो। करतार सो को ते धाम कहा, न कान सुनियो न नैन लहा। अगों उस व्यक्ति ने कहा, उस किसान ने कहा, जी ये करतार कौन है जिहदी गल तुसीं कर रहे हो? ये करतार, ये रब है कौन है, कित्थे रहिंदा है? असीं अज तक इहदे बारे सुनना नहीं कीता, इहदे बारे अज तक असीं कंनां नाल गल सुणी ही नहीं कि कोई करतार हैगा है। असीं नहीं जानते कौन है। इस तरह के बचन वो किसान गुरु साहब जी नूं कह रहा है। आओ गुरु नानक साहब महाराज जी किवें इन्हां नूं परमात्मा जी के गुणां तो जाणू कराउंदे ने, किवें रब दे प्रेम विच जोड़ना करदे ने, वो प्रसंग आपां कल दे दीवान विच श्रवण करांगे जी। आओ सानू भी करतार चेते आवे, मालक जी की याद विच असीं जुड़ सकीए, जिहदे घर विच सारियां दातां ने, उहदे दर दा प्रेम साडे मनां विच आ सके, तां जो साडे लोक सुखीए ते परलोक सेले हो सकण जी। इन्नियां बेनतियां प्रवान करनियां जी। होइयां भुल्लां दी खिमा प्रेम सहित सारी संगत आखो जी
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।